गुरपूरा जिन सिमरिया सेई पहे निहाल। नानक नाम आराधना कारज हावै रास। मूक ऊचरै शास्त्र खट पिंग गिरन चढ़ जाए। अंध लखै भदरो सुनै जो काल कृपा कराए। हमें दृष्ट शुभ करै हरै अग पाप सकल मल। काम क्रोध अर लोभ मोह वस करै सबै बल। सदा सुख मन वसै दुख संसार खोवै। गुर नव निध दरिया जन्म हम कालख तोवै। सुकहो टल गुर सेवियै अहनिस सहज सुभाए। दर्शन परसै गुरु कै जन्म मरण दुख जाय। दर्शन परसै गुरु कै जन्म मरण दुख जाए। सतनाम श्री वाहिगुरु साहिब जी। सलोक बहु शास्त्र बहु सिमरती पेखे सर्ब टंडोल। पूजस नाही हर हरे नानक नाम अमोल। बहु शास्त्र बहु सिमरती पेखे सर्ब टंडोल। पूजस नाही हर हरे नानक नाम अमोल। अष्टपदी जाप ताप ज्ञान सब ध्यान खट शास्त्र सिमृत बख्यान। जोग अभ्यास कर्म धर्म क्रिया सगल त्याग बन मध्य फिरिया। अनेक प्रकार किए बहु जतना पुण्य दान हो में बहु रतना। शरीर कटाए हो मैं कर राती वर्त नेम करे बहु भांति। नहीं तुल राम नाम विचार नानक गुरमुख नाम जपिया एक बार। नहीं तुल राम नाम विचार नानक गुरमुख नाम जपिया एक बार। वाहिगुरु जी का खालसा वाहिगुरु जी की फतेह। सच्चे पातशाह पतित पावन भगत बछल किरपा दे सागर जागदी जोत धन साहिब श्री गुरु ग्रंथ साहिब जी महाराज हजूर दी परम कृपालता सदका
ਆਪ ਜੀ ਸਤਸੰਗਤ ਦੇ ਵਿੱਚ ਬੈਠ ਕਰਕੇ ਆਪਣੇ ਸਵਾਸਾਂ ਨੂੰ ਸਫਲਿਆਂ ਕਰ ਰਹੇ ਹੋ। ਅੰਤਰਜਾਮੀ ਵਾਹਿਗੁਰੂ ਜੀ ਨੇ ਸੁਭਾਗ ਸਮਾਂ ਬਖਸ਼ਿਸ਼ ਕੀਤਾ ਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਦਰਸ਼ਨ ਦੀਦਾਰ ਬਖਸ਼ੇ ਨੇ। ਸੱਚੇ ਪਾਤਸ਼ਾਹ ਦੇ ਪਾਵਨ ਤਖਤ ਅਸਥਾਨ ਦੀ ਚਰਨ ਧੂੜ ਨੂੰ ਪਰਸਦਿਆਂ ਹੋਇਆਂ ਆਪ ਸਤਸੰਗਤ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਅੰਮ੍ਰਿਤ ਪਵਿੱਤਰ ਤੁਰ ਕੀ ਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੈ। ਸਾਧ ਸੰਗਤ ਜੀ, ਅੱਜ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਹਜ਼ੂਰ ਦਾ ਪ੍ਰਕਾਸ਼ ਗੁਰਪੁਰਬ ਹੈ। ਅੱਜ ਦੇ ਦਿਨ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਗੁਰਦੁਆਰਾ ਸ਼ੀਸ਼ ਮਾਹਿਲ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਮਾਤਾ ਨਿਹਾਲ ਕੌਰ ਜੀ ਦੀ ਕੁੱਖ ਤੋਂ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਆਗਮਨ ਹੋਇਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਬਚਪਨ ਕੀਰਤਪੁਰ ਸਾਹਿਬ ਦੇ ਅੰਦਰ ਬਤੀਤ ਹੋਇਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਹਜ਼ੂਰ ਨੇ ਬਾਬਾ ਗੁਰਦਿੱਤਾ ਜੀ ਨੂੰ ਕੀਰਤਪੁਰ ਸਾਹਿਬ ਨਗਰ ਵਸਾਉਣ ਲਈ ਭੇਜਿਆ ਸੀਗਾ। ਇੱਥੇ ਕੀਰਤਪੁਰ ਸਾਹਿਬ ਦੇ ਅੰਦਰ ਹੀ ਬਿਰਾਜਦਾ ਹੋਇਆਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਆਗਮਨ ਹੋਇਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਹਜ਼ੂਰ ਨੇ ਚੌਥਾ ਯੁੱਧ ਫਤਿਹ ਕੀਤਾ, ਫਿਰ ਮਹਾਰਾਜ ਜੀ ਨੇ ਕੀਰਤਪੁਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣਾ ਆਸਣ ਲੈ ਆਂਦਾ। ਸੱਚਖੰਡ ਗਮਨ ਤੱਕ ਮਹਾਰਾਜ ਸਾਹਿਬ ਜੀ ਫਿਰ ਕੀਰਤਪੁਰ ਸਾਹਿਬ ਹੀ ਭਾਗ ਲਾਏ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਬੇਅੰਤ ਸੰਗਤਾਂ ਨੂੰ ਦਰਸ਼ਨ ਦੀਦਾਰ ਸੱਚੇ ਪਾਤਸ਼ਾਹ ਜੀ ਦਿੰਦੇ। ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੇ ਹਜ਼ੂਰ ਬਹੁਤ ਭਾਰੀ ਰੌਣਕਾਂ ਹੁੰਦੀਆਂ। ਸੱਚੇ ਪਾਤਸ਼ਾਹ ਜੀ ਰੋਜ਼ ਨਿਯਮ ਨਾਲ ਗਰੀਬ ਨਿਵਾਸ ਸੱਚੇ ਪਾਤਸ਼ਾਹ ਜਿੱਥੇ ਦੀਵਾਨ ਸਜਾਉਂਦੇ, ਸੱਚੇ ਪਾਤਸ਼ਾਹ ਜੀ ਬਾਗ ਵਿੱਚ ਸੈਰ ਵੀ ਰੋਜ਼ ਕਰਿਆ ਕਰਦੇ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਨਿਯਮ ਸੀ, ਜਦੋਂ ਦਾਦਾ ਸਤਿਗੁਰੂ ਜੀ ਦੀਵਾਨ ਸਜਾਉਂਦੇ ਮਹਾਰਾਜ ਦੇ ਹਜ਼ੂਰ ਆ ਕੇ ਬੈਠਿਆ ਕਰਦੇ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਪਿਆਰ ਨਾਲ ਤਖਤ ਦੇ ਉੱਪਰ ਬਰਾਬਰ ਬਿਠਾਇਆ ਕਰਦੇ। ਸਤਿਗੁਰੂ ਜੀ ਇਉਂ ਮਹਾਰਾਜ ਬੜਾ ਪਿਆਰ ਕਰਦੇ। ਜਦੋਂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੈਰ ਕਰਨ ਲਈ ਬਾਗ ਵਿੱਚ ਜਾਂਦੇ ਤੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨਾਲ ਜਾਇਆ ਕਰਦੇ। ਜੋ ਫੁੱਲ ਦੇ ਟੁੱਟਣ ਦੀ ਘਟਨਾ ਦਾ ਸਾਖੀ ਵਿੱਚ ਜ਼ਿਕਰ ਆਉਂਦਾ ਹੈ, ਮਹਾਰਾਜ ਉਸ ਦਿਨ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਕੁਝ ਕੁ ਲੇਟ ਹੋ ਗਏ। ਜੋ ਬਾਗ ਦਾ ਮੁੱਖ ਦਰਵਾਜ਼ਾ ਸੀ ਉਹ ਬਹੁਤੇ ਘੋੜਿਆਂ ਕਰਕੇ ਰੁਕ ਗਿਆ ਸੀ। ਮਹਾਰਾਜ ਨੂੰ ਉੱਥੋਂ ਲੰਘਣ ਵਾਸਤੇ ਸਮਾਂ ਲੱਗ ਗਿਆ। ਮਨ ਵਿੱਚ ਕਾਹਲੀ ਕਰਦੇ ਆਏ ਕਿ ਦਾਦਾ ਸਤਿਗੁਰੂ ਜੀ ਨੇ ਜੇ ਪੁੱਛਿਆ ਤੇ
ਅਸੀਂ ਕੀ ਜਵਾਬ ਦੇਵਾਂਗੇ। ਸਮੇਂ ਸਿਰ ਨਹੀਂ ਪੁੱਜ ਸਕੇ। ਕਾਲੀ ਨਾਲ ਤੁਰਦਿਆਂ ਹੋਇਆਂ ਦਾ ਚੋਲਾ ਫਲਾ ਦੇ ਨਾਲ ਰੁੱਖ ਜਿਹੜਾ ਸੀ ਫੁੱਲ ਦਾ ਬੂਟਾ ਉਹਦੇ ਨਾਲ ਖਹਿ ਗਿਆ ਤੇ ਫੁੱਲ ਜਿਹੜਾ ਸੀ ਉਹ ਟੁੱਟ ਕੇ ਪੁੰਜੇ ਡਿੱਗ ਗਿਆ। ਅਜੇ ਕੁਝ ਚਿਰ ਪਹਿਲਾਂ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉੱਥੇ ਫੁੱਲ ਦੀ ਸਲਾਹੁਤਾ ਕਰ ਰਹੇ ਸਨ, ਸਿੱਖਾਂ ਦੇ ਨਾਲ ਬਚਨ ਕਰ ਰਹੇ ਸਨ। ਫੁੱਲ ਕਿਆ ਸੋਹਣਾ ਖਿੜਿਆ, ਬੜਾ ਸੁੰਦਰ ਲੱਗਦਾ ਏ। ਗੁਰੂ ਹਰਿਰਾਏ ਸਾਹਿਬ ਜੀ ਦੇ ਉਹ 101 ਕਲੀਆਂ ਵਾਲੇ ਚੋਲੇ ਨਾਲ ਸਪਰਸ਼ਣੇ ਕਰਕੇ ਫੁੱਲ ਜਦੋਂ ਟੁੱਟ ਗਿਆ, ਮਹਾਰਾਜ ਜੀ ਆਪ ਜਦੋਂ ਪਹੁੰਚੇ ਦਾਦਾ ਸਤਿਗੁਰੂ ਜੀ ਦੇ ਹਜ਼ੂਰ, ਨਮਸਕਾਰ ਕੀਤੀ, ਪਿੱਛੇ ਪਿੱਛੇ ਤੁਰ ਪਏ ਐ। ਜਦੋਂ ਸਤਿਗੁਰੂ ਜੀ ਸੈਰ ਕਰਦੇ ਹੋਏ ਉਧਰ ਦੀ ਪਰਤੇ ਤੇ ਵੇਖਿਆ ਜਿਹੜਾ ਏਡਾ ਸੋਹਣਾ ਫੁੱਲ ਸੀ ਉਹ ਤਾਂ ਟੁੱਟਿਆ ਪਿਆ ਏ। ਮਹਾਰਾਜ ਜੀ ਨੇ ਬਹੁਤ ਤਾੜਨਾ ਕਰਦਿਆਂ ਹੋਇਆਂ ਕਿਹਾ ਕਿ ਭਾਈ ਇਹ ਕਿਹਨੇ ਤੋੜਿਆ ਏ। ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਤਾਂ ਕਾਹਲੀ ਨਾਲ ਸਤਿਗੁਰੂ ਜੀ ਤੁਰੇ ਜਾਂਦੇ ਸੀ। ਪਿੱਛੋਂ ਜਿਸ ਸੇਵਕ ਨੇ ਵੇਖਿਆ ਸੀ ਉਹਨੂੰ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਪੋਤਰੇ ਦੇ ਕਾਹਲੀ ਨਾਲ ਚੱਲਣੇ ਕਰਕੇ ਚੋਲੇ ਦੇ ਫਲਾ ਨਾਲ ਮਹਾਰਾਜ ਇਹ ਫੁੱਲ ਟੁੱਟ ਗਿਆ ਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਵੇਲੇ ਸਤਿਗੁਰੂ ਜੀ ਨੇ ਵੀਰਸੀ ਰੁੱਖ ਦੇ ਨਾਲ ਇਹ ਬਚਨ ਕਹੇ ਕਿ ਭਾਈ ਪੁਰਖਾ ਜੇ ਏਡਾ ਵੱਡਾ ਚੋਲਾ ਪਹਿਨ ਦਿਓ ਤਾਂ ਇਸ ਨੂੰ ਸੰਕੋਚ ਕੇ ਚੱਲਿਆ ਕਰੋ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਐਦੋਂ ਅੱਗੇ ਅਸੀਂ ਕਦੇ ਵੀ ਚੋਲਾ ਖੁੱਲਾ ਛੱਡ ਕੇ ਨਹੀਂ ਚੱਲਿਆ ਕਰਾਂਗੇ। ਸਾਰੀ ਜ਼ਿੰਦਗੀ ਸੱਚੇ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਆਪਣੇ ਦਾਦਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਨੂੰ ਪਾਲਿਆ। ਮਹਾਰਾਜ 101 ਕਲੀਆਂ ਵਾਲਾ ਚੋਲਾ ਪਹਿਨਦੇ, ਪਰ ਚੱਲਣ ਲੱਗਿਆਂ ਮਹਾਰਾਜ ਦੋਵਾਂ ਹੱਥਾਂ ਨਾਲ ਸੱਚੇ ਪਾਤਸ਼ਾਹ ਜੀ ਚੋਲੇ ਨੂੰ ਸੰਕੋਚ ਲਿਆ ਕਰਦੇ ਸੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਜੀ ਨੂੰ ਗੁਰਿਆਈ ਤਖਤ ਬਖਸ਼ਿਸ਼ ਕੀਤਾ। ਭਾਵੇਂ ਕਿ ਜੋ ਧੀਰਮਲ ਸੀ ਨਾ ਕਰਤਾਰਪੁਰ ਸਾਹਿਬ ਵਿੱਚ ਰਹਿੰਦਾ ਸੀ, ਇਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਦਾ ਵੱਡਾ ਭਰਾ ਏ ਤੇ ਇਹਦੇ ਚਿੱਤ ਦਾ ਖਿਆਲ ਸੀ ਕਿ ਗੁਰਿਆਈ ਦਾ ਦਾਅਵੇਦਾਰ ਮੈਂ ਹਾਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੋਤੀ ਜੋਤ ਸਮਾਉਣਾ ਸੀ, ਮਹਾਰਾਜ ਨੇ ਆਗਿਆ ਕੀਤੀ ਸੀ ਕੁਝ ਸਮਾਂ ਪਹਿਲਾਂ ਕਿ ਸਾਨੂੰ ਕੋਈ ਵੀ ਆ ਕਰਕੇ ਮਿਲੇ ਨਾ। ਇਕਾਂਤ ਚਿੱਤ ਹੋ ਗਏ ਸੀ ਮਹਾਰਾਜ ਸੱਚੇ ਪਾਤਸ਼ਾਹ। ਇਸ ਖਬਰ ਦਾ ਜਦੋਂ ਧੀਰਮਲ ਨੂੰ ਪਤਾ ਲੱਗਾ ਸੀ ਤਾਂ ਉਹਨੇ ਕੀਰਤਪੁਰ ਸਾਹਿਬ ਆ ਕੇ ਨਾ ਜਿੱਥੇ ਨਗਰ ਵਿੱਚ ਚੁਰਾਹਾ ਸੀਗਾ ਉੱਥੇ ਆਪਣੇ ਮਸੰਦਾਂ ਕੋਲੋਂ ਤਖਤ ਲਵਾ ਲਿਆ ਤੇ ਉੱਤੇ ਬੈਠ ਗਿਆ ਚੰਦੋਆ ਲਾ ਕਰਕੇ ਤੇ ਚੌਰ ਕਰਾਉਣ ਲੱਗਾ। ਗੁਰੂ ਸਾਹਿਬ ਦੀ ਆਗਿਆ ਸੀ ਕਿ ਭਾਈ ਅਸੀਂ ਜੋਤੀ ਜੋਤ ਸਮਾਉਣਾ ਤੇ ਸਾਧ ਸੰਗਤਾਂ ਜਿਹੜੀਆਂ ਆਓ ਕੀਰਤਪੁਰ ਸਾਹਿਬ। ਮਹਾਰਾਜ ਦੀ ਆਗਿਆ ਹੋਣ ਕਿ ਬਹੁਤ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਸੰਗਤਾਂ ਜਿਹੜੀਆਂ ਸੀ ਕੀਰਤਪੁਰ ਸਾਹਿਬ ਆ ਰਹੀਆਂ ਸੀ। ਹੁਣ ਜਿਨ੍ਹਾਂ ਨੂੰ ਨਹੀਂ ਸੀ ਪਤਾ ਉਹ ਜਾਣਨ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਵੱਡੇ ਪੋਤਰੇ ਨੂੰ ਗੁਰਿਆਈ ਦੇ ਦਿੱਤੀ ਹੈ। ਉਹ ਧੀਰਮਲ ਨੂੰ ਹੀ ਮੱਥੇ ਟੇਕਣ ਲੱਗ ਗਏ ਤੇ ਹੁਣ ਸਿੱਖ ਗੁਰੂ ਸਾਹਿਬ ਦੀ ਵੰਸ਼ ਵਿੱਚੋਂ ਧੀਰਮਲ ਨੂੰ ਹੋਣ ਕਰਕੇ ਆਪ ਕੁਝ ਕਹਿਣ ਨਾ ਕਿ ਗੁਰੂ ਸਾਹਿਬ ਨਾਰਾਜ਼ ਨਾ ਕਿਤੇ ਹੋਣ। ਫਿਰ ਸਿਆਣੇ ਸਿੱਖਾਂ ਨੇ ਨਾ ਗੁਰੂ ਸਾਹਿਬ ਜੀ ਦੇ ਭਾਵੇਂ ਮਨੇ ਕੀਤਾ ਸੀ, ਪਰ ਹਾਲਾਤ ਨੂੰ ਮੁੱਖ ਰੱਖਦਿਆਂ ਸਿੱਖਾਂ ਨੇ ਜਾ ਮਹਾਰਾਜ ਦੇ ਚਰਨ ਪਰਸੇ, ਹਜ਼ੂਰ ਨੂੰ ਸਮਾਧੀ ਉਥਾਨ ਕੀਤਾ ਤੇ ਜਦੋਂ ਹਜ਼ੂਰ ਦੇ ਨੇਤਰ ਖੁੱਲੇ ਦੋਵੇਂ ਹੱਥ ਜੋੜ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਮਾਫ ਕਰ ਦਿਓ। ਸੱਚੇ ਪਾਤਸ਼ਾਹ ਆਪ ਜੀ ਦੀ ਆਗਿਆ ਤਾਂ ਸੀਗੀ ਭਾਵੇਂ ਕਿ ਸਾਨੂੰ ਕੋਈ ਆ ਕਰਕੇ ਮਿਲੇ ਨਾ, ਪਰ ਮਹਾਰਾਜ ਇਹੋ ਜੀ ਅਣਬਣ ਬਣ ਗਈ ਹੈ ਕਿ ਆਪ ਜੀ ਨੂੰ ਸੱਚੇ ਪਾਤਸ਼ਾਹ ਬੇਨਤੀ ਕਰਨੀ ਬਣਦੀ ਸੀ। ਹਜ਼ੂਰ ਨੇ ਪੁੱਛਿਆ ਕੀ ਗੱਲ ਹੈ।
ਸਿੱਖਾਂ ਨੇ ਦੱਸ ਦਿੱਤਾ ਕਿ ਆਪ ਦਾ ਵੱਡਾ ਪੋਤਰਾ ਧੀਰਮਲ ਮਹਾਰਾਜ ਗੱਦੀ ਲਾ ਲਈ, ਉਸਨੇ ਚੌਰ ਕਰਾਉਂਦਾ ਪਿਆ ਏ। ਭੁੱਲੀਆਂ ਸੰਗਤਾਂ ਮਹਾਰਾਜ ਉਹਨੂੰ ਗੁਰੂ ਜਾਣ ਕੇ ਮੱਥੇ ਟੇਕ ਰਹੀਆਂ ਨੇ। ਅਸੀਂ ਮਹਾਰਾਜ ਆਪ ਕੁਝ ਕਹਿ ਨਹੀਂ ਸਕੇ, ਕਿਉਂਕਿ ਆਪ ਦੇ ਸੱਚੇ ਪਾਤਸ਼ਾਹ ਵੰਸ਼ ਵਿੱਚੋਂ ਹੈ। ਜੋ ਹੁਣ ਆਪ ਦੀ ਆਗਿਆ ਹੋਵੇ ਅਸੀਂ ਉਹ ਮਹਾਰਾਜ ਆਪ ਦੇ ਹੁਕਮ ਮੁਤਾਬਕ ਕਰੀਏ। ਸਤਿਗੁਰੂ ਜੀ ਨੂੰ ਰੋਹ ਆ ਗਿਆ ਧੀਰਮਲ ਦੀ ਇਹ ਹਰਕਤ ਵੇਖ ਕੇ। ਮਹਾਰਾਜ ਨੇ ਸਿੱਖਾਂ ਨੂੰ ਹੁਕਮ ਦਿੱਤਾ, ਖੋਲੋ ਚੌਰ, ਚੰਦੋਆ ਖੋਲ ਦਿਓ, ਧੱਕੇ ਮਾਰ ਕੇ ਕੀਰਤਪੁਰ ਸਾਹਿਬ ਤੋਂ ਬਾਹਰ ਕੱਢ ਦਿਓ ਧੀਰਮਲ ਨੂੰ। ਇਸ ਸੱਚੇ ਪਾਤਸ਼ਾਹ ਦੀ ਆਗਿਆ ਹੋਈ। ਕਿਸੇ ਚੰਦੋਏ ਦੀ ਤਣੀ ਤੋੜਤੀ, ਕਿਸੇ ਚੌਰ ਖੋਹ ਲਈ, ਧੀਰਮਲ ਨੂੰ ਧੱਕੇ ਮਾਰ ਕੇ ਕੀਰਤਪੁਰ ਸਾਹਿਬ ਤੋਂ ਬਾਹਰ ਕੱਢ ਦਿੱਤਾ। ਆਪਣੇ ਆਪ ਦਾਵਾ ਕਰਦਾ ਸੀ ਗੁਰੂ ਘਰ ਨਾਲ ਵੈਰ ਕਮਾਇਆ। ਗੁਰੂ ਹਰਗੋਬਿੰਦ ਸਾਹਿਬ ਦੇ ਖਿਲਾਫ ਇਸਨੇ ਪੱਤਰਕਾ ਸ਼ਾਹਜਹਾਨ ਨੂੰ ਲਿਖੀ ਸੀ, ਆਪਣੇ ਦਾਦਾ ਸਤਿਗੁਰੂ ਜੀ ਦੇ ਖਿਲਾਫ। ਤੋ ਸਾਧ ਸੰਗਤ ਜੀ, ਜਦੋਂ ਵਕਤ ਆਇਆ ਫਿਰ ਮਹਾਰਾਜ ਸਾਹਿਬ ਜੀ ਨੇ ਦੀਵਾਨ ਸਜਾਉਣ ਦੀ ਆਗਿਆ ਕੀਤੀ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਜੀ ਨੇ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਿੰਘਾਸਨ ਦੇ ਉੱਤੇ ਵਿਰਾਜਮਾਨ ਕੀਤਾ ਅਤੇ ਆਪ ਸਤਿਗੁਰੂ ਜੀ ਨੇ ਚਰਨਾਂ ਤੇ ਨਮਸਕਾਰ ਕੀਤੀ। ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰੀਤੀ ਚਲਾਈ ਸੀ, ਸੰਸਾਰ ਦੀ ਰੀਤੀ ਹੈ। ਪੋਤਰਾ ਸਦਾ ਆਪਣੇ ਦਾਦਾ ਜੀ ਦੇ ਚਰਨਾਂ ਤੇ ਝੁਕਦਾ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੀ ਰੀਤੀ ਹੈ, ਦਾਦਾ ਜੀ ਦੇ ਥਾਂ ਤੇ ਹੁੰਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਪੋਤਰੇ ਨੂੰ ਨਮਸਕਾਰ ਕੀਤੀ ਹੈ। ਇਹ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਆਪਣੇ ਪੁੱਤਰਾਂ ਨੂੰ ਛੱਡ ਕੇ ਸੇਵਕ ਨੂੰ ਵਡਿਆਈ ਦਿੱਤੀ ਸੀ ਨਾ, ਤੇ ਸੰਸਾਰ ਦੇ ਲੋਕ ਕਹਿੰਦੇ ਸੀ ਹੋ ਰਿਓ ਗੰਗ ਵਹਾਈ ਹੈ, ਦੁਨਿਆਈ ਆਖੈ ਕਿ ਕਿਉਂ। ਦੁਨੀਆ ਕਹਿੰਦੀ ਏ ਕੀ ਕਰਤਾ ਗੁਰੂ ਬਾਬਾ ਜੀ ਨੇ, ਉਲਟੀ ਗੰਗਾ ਵਹਾਤੀ। ਪੁੱਤਰਾਂ ਨੂੰ ਛੱਡ ਕੇ ਸੇਵਕ ਨੂੰ ਮਾਣ ਦਿੱਤਾ। ਇਹ ਦੁਨੀਆ ਦੇ ਭਾਵੇਂ ਉਲਟੀ ਗੰਗਾ ਸੀ, ਪਰ ਇਹ ਸਿੱਧੀ ਗੰਗਾ ਚਲਾਈ ਹੈ ਮਹਾਰਾਜ ਨੇ। ਜੇ ਸੇਵਕ ਨੇ ਹੁਕਮ ਮੰਨਿਆ, ਭਾਰੀ ਸੇਵਾ ਕੀਤੀ, ਤਾਂ ਸਤਿਗੁਰਾਂ ਜੀ ਨੇ ਸੇਵਕ ਨੂੰ ਵਡਿਆਈ ਬਖਸ਼ੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਦੁਨਿਆਵੀ ਰਿਸ਼ਤਾ ਨਹੀਂ, ਮਹਾਰਾਜ ਗੁਰਤਾ ਦੀ ਜੋਤ ਗੁਰੂ ਹਰਿਰਾਏ ਸਾਹਿਬ ਜੀ ਦੇ ਅੰਦਰ ਟਿਕਾਈ ਹੈ। ਸੱਚੇ ਪਾਤਸ਼ਾਹ ਨੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਸਿੰਘਾਸਨ ਦੇ ਉੱਤੇ ਵਿਰਾਜਮਾਨ ਹੋ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਬਹੁਤ ਉੱਤਮ ਢੰਗ ਨਾਲ ਮਹਾਰਾਜ ਪ੍ਰਚਾਰ ਕੀਤਾ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਿੱਖਾਂ ਦੀ ਕਲਿਆਣ ਲਈ ਜੰਗਲ ਦੇਸ਼ ਦਾ ਦੌਰਾ ਕੀਤਾ। ਇੱਥੇ ਸਾਧ ਸੰਗਤ ਜੀ, ਜੇ ਗੁਰੂ ਸਰ ਮਹਾਰਾਜ ਅੰਦਰ ਜਦੋਂ ਮਹਾਰਾਜ ਚਰਨ ਪਾਏ ਹੈ, ਇੱਥੇ ਦੇ ਉਹ ਲੋਕ ਜਿਨ੍ਹਾਂ ਨੂੰ ਟੱਪਰੀ ਵਾਸ ਕਿਹਾ ਜਾਂਦਾ ਸੀਗਾ, ਕਦੇ ਕਿਤੇ ਡੇਰਾ ਲਾ ਕੇ 10 ਦਿਨ ਕੱਟਣੇ, ਕਦੇ ਕਿਤੇ ਕੱਟਣੇ, ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਆਉਣ ਲੱਗੇ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਸੁਣ ਸੁਣ ਕੇ ਬੜਾ ਮਨ ਨੂੰ ਟਿਕਾ ਮਿਲਿਆ। ਇਹਨਾਂ ਦੀਆਂ ਔਰਤਾਂ ਪਾਣੀ ਭਰਨ ਜਾਂਦੀਆਂ ਸੀ। ਉੱਥੇ ਖੂਹ ਦੇ ਉੱਤੇ ਜ਼ਿਮੀਂਦਾਰਾਂ ਦੇ ਲੜਕਿਆਂ ਨੇ ਕੁਝ ਮਖੌਲ ਕੀਤੇ। ਇਹਨਾਂ ਬੜਾ ਆਪਣਾ ਜਿਹੜਾ ਚਿੱਤ ਸੀ ਤੇ ਸਮੇਂ ਬਹੁਤ ਇਹਨਾਂ ਦਾ ਦੁਖੀ ਹੋਇਆ। ਸਤਿਗੁਰੂ ਜੀ ਦੇ ਕੋਲ ਆ ਕੇ ਕਹਿਣ ਲੱਗੇ, ਮਹਾਰਾਜ ਆਪ ਨਥਾਵਿਆਂ ਦੇ ਥਾਂ ਹੋ, ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਵੀ ਗਰੀਬਾਂ ਨੂੰ ਰਹਿਣ ਨੂੰ ਕੋਈ ਥਾਂ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਚੰਗਾ ਭਾਈ ਕਾਲਿਆ, ਉਹਨਾਂ ਦਾ ਮੁਖੀ ਸੀ ਇਹ ਭਾਈ ਕਾਲਾ। ਮਹਾਰਾਜ ਕਹਿੰਦੇ, ਜਿੱਥੇ ਸੂਰਜ ਅਸਤ ਹੋ ਜੇ ਉੱਥੇ ਮੋਹੜੀ ਗੱਡ ਦਿਓ, ਤੁਹਾਡਾ ਨਗਰ ਵਸੇਗਾ। ਚੱਲਦੇ ਚੱਲਦੇ ਗਏ, ਜਦੋਂ ਸੂਰਜ ਅਸਤ ਹੋਇਆ ਮੋਹੜੀ ਗੱਡ ਦਿੱਤੀ। ਪਤਾ ਲੱਗਾ ਇਹ ਤਾਂ ਜੈਤ ਪੁਰਾਣੇ ਦੀ ਜਗ੍ਹਾ ਹੈ। 22 ਪਿੰਡਾਂ ਦਾ ਵੱਡਾ ਮਾਲਕ, ਬੜਾ ਤਾਕਤਵਰ, ਜਿਹਦਾ ਨਾਮ ਸੁਣ ਕੇ ਸਾਰੇ ਭੈ ਭੀਤ ਹੁੰਦੇ ਆ। ਉਹਨੂੰ ਪਤਾ ਲੱਗਾ, ਚੱਲ ਕੇ ਆਇਆ, ਕਹਿੰਦਾ ਤੁਸੀਂ ਮੇਰਾ ਨਾਂ ਨਹੀਂ ਸੁਣਿਆ? ਮੇਰੇ ਇਸ ਖੇਤ ਵਿੱਚ, ਮੇਰੀ ਜ਼ਮੀਨ ਵਿੱਚ ਕਿਵੇਂ ਤੁਸੀਂ ਬੈਠ ਗਏ ਆ? ਤੁਹਾਨੂੰ 2 ਦਿਨ ਦਾ ਸਮਾਂ ਦਿੰਨਾ ਤੇ ਇੱਥੋਂ ਆਪਣਾ ਸਭ ਕੁਝ ਚੁੱਕ ਕੇ ਚਲੇ ਜਾਓ। ਭਾਈ ਕਾਲਾ ਡੇਰਾ ਤਾਂ ਉੱਥੇ ਹੀ ਰੱਖਿਆ, ਪਰ ਕੁਝ ਆਪਣੇ ਜਿਹੜੇ ਨਾਲ ਦੇ ਸੀਗੇ ਸਾਥੀ, ਉਹਨਾਂ ਨੂੰ ਨਾਲ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਫਿਰ ਪਿਛਾਂਹ ਨੂੰ ਮੁੜਿਆ।
ਬੇਨਤੀ ਕੀਤੀ ਆ ਕੇ महाराज आप जी की आग्ञा का पालन किया है, पर महाराज वो तो मौत के मूँह च ही असीं जा मोड़ी गड्डी है। महाराज वो तो बड़ा ज्यादा ताकतवर है, बड़ा बलवान मैं। सच्चे पातशाह कहते भाई कालिया यही मौका है, साडा बचन मन, लड़न आया तो युद्ध करियो। सतगुरु पातशाह जी महाराज जदों ये बचन कहे तो ओदे कोल तां सैना सी। वो कहते महाराज ओदे कोल तां बड़ी वड्डी ताकत है, बड़ी सैना है, महाराज असीं किवें गरीब जे लड़ सकांगे। महाराज कहते साडा बचन मनो। सतगुरु पातशाह जी महाराज दे ऐसे बचन होण तो निश्चा करके जदों अगले दिन भी ना उठे, फिर वो जैत पुराना चढ़ के आया ते युद्ध दा बिगल वज गया। उन्हां कोल जो छोटे मोटे हथियार सी पड़कड़ के लड़न लग पे। ते ये भाई काला भी फिर गुरु साहब दी आग्या जान करके कि अच्छा जिल्लत दी जिंदगी नालों मर जाना ही चंगा है, मरीए युद्ध दे विच। फिर ये सोच के भाई काला जदों दू बदू लड़ाई दे अंदर लड़िया ना, तां इस समय उधरों उधर ही वार हुंदियां भाई काले ने कृपान दा इहो जिहा वार मारिया कि जैत पुराना वड्ड सिटिया। जदों उन्हां दा मुखी मर गया, सारे दौड़ गए। उत्थे उन्हां दा इस समय जिहड़ा निशान गड्ढिया गया। फिर जदों जित होई, खुशी विच महाराज दे चरनां च आए दर्शन करन वास्ते। भाई काला फिर जदों थोड़ी मनुख नूं सफलता मिल जे ते हंकार आ ही जांदा है ना। कहंदा महाराज वो तां बड़ा ताकतवर समझिया सी, पर कुछ भी नहीं निकलिया, मैं तां झट ही मार मुकाया। सतगुरु जी कहंदे ने भाई कालिया वो बहुत ताकतवर सी, तू मता ये सोच कि वो ताकतवर नहीं सीगा। सच्चे पातशाह जी कहंदे है जदों तेरे बरछा मारिया सी ना, तेरा कख नहीं सी रहना। ਉਹਦੇ बरछे ਦਾ वार ਜਿਹੜਾ ਸੀ ਪਹਿਲਾਂ तो ਉਹਦੀਆਂ ਬਾਹਾਂ ਨਾਲ ਵੀਰ ਚੰਬੇੜ ਦਿੱਤੇ ਸੀ ਅਸੀਂ। ਫਿਰ ਜਿਹੜਾ ਉਹਨ ਬਰਛਾ ਮਾਰਿਆ ਅੱਗੇ ਅਸੀਂ ਆਰਣ ਕੀਤੀ ਸੀ, ਉਸ ਆਹਰਣ ਨੂੰ ਚੀਰ ਕੇ ਸਾਡੀ ਹਥੇਲੀ ਵਿੱਚ ਆ ਕਰਕੇ ਉਹਦਾ ਬਰਛਾ ਵੱਜਿਆ ਤੇ ਸਾਡਾ ਪੁੱਠਾ ਹੱਥ ਤੇਰੇ ਮੂੰਹ ਤੇ ਵੱਜਿਆ। ਤੇਰਾ ਦੰਦ ਟੁੱਟਾ ਕਿ ਨਹੀਂ? ਹਾਂ ਮਹਾਰਾਜ ਦੰਦ ਤਾਂ ਟੁੱਟ ਗਿਆ। महाराज ने अपनी हथेली दी हथ दी हथेली विच वज्जिया होया बरछे दी नोक विखाई। भाई काला चरनी पै गया। सच्चे पातशाह जी महाराज कहंदे जे सीधा बरछा वजदा ते तेरा रहना की सीगा, इन्ना मान ना कर। सतगुरु जी दे चरनी टै पिया, पुछदा महाराज इन्ना ताकतवर क्यों सी? वो फिर सतगुरां जी ने उहदे ताकत दा जिहड़ा कारण सी वो लम्मा प्रसंग महाराज दस्सिया कि क्यों ताकतवर सी। माता दे साध संगत जी जिहड़ा है रहन सहन ते खाण पीण ते माहौल ते असर करदा है। जैत पुराना तां करके इन्ना ताकतवर सी कि ओदी माता बड़ी बलवान सी, माता बड़ी जेरे वाली सी, क्योंकि उपजाऊ धरती ते ही बीज जिहड़ा ना प्रफुल्लित हुंदा है। सच्चे पातशाह जी महाराज गरीब नवाज जी ने साध संगत जी दुखियां नूं सतगुरु जी शरण दिंदे। सच्चे पातशाह ने एक महाराज दा पवित्र स्थान है गुरुद्वारा 9 लखा बाग साहिब। सतगुरु जी दा वो बाग बहुत महाराज ने सुंदर बाग सतगुरां जी ने लगवाया। जिथे गुरु हरगोबिंद साहब जी महाराज सैर करते सी उसे ही बाग दा महाराज बहुत विस्तार करवाया सतगुरां जी ने। ते महाराज एडे दयालु जंगली जानवरां नूं सतगुरु जी पकड़ के उस बाग विच सच्चे पातशाह जी रखिया करदे गरीब नवाज। ते सतगुरां जी ने एक उत्तम दवाखाना साध संगत जी खोलिया, जिहड़ा किसी भी दुखी दा दर्दी दा उत्थे इलाज जिहड़ा सी मुफ्त कीता जांदा। सच्चे पातशाह जी महाराज दे दवाखाने दे अंदरों बहुत सारे लोग जिहड़े सी दवाइयां लै करके राजी हुंदे, हजूर दा उपदेश सुनदे। वो वक्त सी जदों नरंगे ने ये दारा शको वली ऐद सी ना, ते सोचदा सी कि ये किते राजा ना बन जावे। ते नरंगे ने बचपन जी ना चौलां दे विच ओनू शेर दी मुछ दा वाल रगड़ के खवाता सी दारा शको नू। ते दारा शको बीमार पै गया, कोई उहदा इलाज किसी हकीम तो ना होवे। बड़ा ज्यादा दवाइयां कर करके वेख लियां। शाहजहां बड़ा चिंतित होया, बड़ा दुखी होया कि जिहड़ा मेरा वड्डा पुत्र है वो बीमार पै गया है। ये राज भाग दा मालक सीगा। इउं बड़े शाहजहां यतन कीते पर कोई भी यतन कारगर ना होया।
फिर किसे सियाणे ने दसिया कि बादशाह 14 सरसाइयां दी हरड़, एक मासे दा लौंग, सुच्चा मोती, जे 3 चीजां मिलना तो फिर जा करके तेरे पुत्र दा इलाज हो सकता है। वो कहन लगा भी ये कित्थों मिल सकदियां हन। उन्हें कहा कि जड़ियां अदुੱਤੀ चीजां हुंदियां ना, दुर्लभ नहीं लभण वालियां, उथों ही मिल सकदियां जिहड़ा घर आप अदुੱਤੀ होवे, दुर्लभ होवे, जिहदा दर्शन किहड़ा वो घर। ते उन्हें कहा कि शाहजहां इक्को एक गुरु नानक साहब दा घर है जिस सतगुरां दे दर्शन दुर्लभ ने। सतगुरु महाराज सच्चे पातशाह जी दे घर तो ही अदुੱਤੀ दुर्लभ चीजां प्राप्त हो सकदियां। ते शाहजहां कहन लगा मैनू क्यों देणगे, मैं उन्हां दे घर उत्ते इन्ने हमले कीते है, इन्नी वार मैं उन्हां दे दादा जी दे उपर चढ़ाई कीती है, हुण मेरे ते उपकार क्यों करनगे। ते समय वो फकीर लोग कहन लगे कि बादशाह ये गुरु नानक साहब दा घर है, सच्चे पातशाह दा घर किसे नाल वैर नहीं करदा, किसे नाल द्वैश ईरखा नहीं करदे। जे निमाणे हो करके तुसी मंगोगे ते महाराज सानू पता कदे ना नहीं करनगे। फिर साध संगत जी सतगुरां जी दे कोल शाहजहां दे अहदीए चल करके आए ते सच्चे पातशाह जी महाराज जी ने एक बारी भी उन्होंने ये नहीं कहा कि तुसी साडे नाल दुश्मनी कमाउंदे रहे हो, असीं क्यों दईए। महाराज लंगर छकाया, सतगुरां बड़ी दीद कीती। फिर महाराज 14 सरसाइयां दी हरड़, एक मासे दा लौंग, सुच्चा मोती, ये सतगुरां अपने दवाखाने दे विचों हजूर ने दवाया, जिस दे नाल साध संगत जी फिर जिहड़ा दारा शको सी ना वो राजी होया। ते जदों फिर नरंगे ने षड्यंतर दे नाल हिंदुस्तान दा राज हथिया लिया सीगा ते दारा शको जिहड़ा सी ते समय बागी हो गया। गुरु साहब दे कोल आया सी ते महाराज इस नूं शरण दित्ती सी सच्चे पातशाह जी ने। लंगर छकाया सी महाराज सच्चे पातशाह ने, भावें दारा शको बाद विच मारिया गया। नरंगे नूं इस गल दा पता लगा ते उन फिर गुरु हरराय साहब सच्चे पातशाह जी महाराज नूं दिल्ली जिहड़ा सी ना बुलाउण वास्ते बड़े परवाने भेजे, पर हजूर ने बचन कर दिता सी नह मलेश को दर्शन दै है, नह मलेश को दर्शन लै है। असीं तुरक नूं दर्शन नहीं देना। इस सतगुरां ने अपने जीवन दा जिहड़ा सी ना ये प्रतिज्ञा कीती सी महाराज सच्चे पातशाह जी ने। फिर नरंगे ने इतिहास जिक्र करदा है कि 17 मुहिमां चढ़ाइयां सी सतगुरु जी नूं पकड़न वास्ते। ते जदों गुरु हरगोबिंद साहब जी महाराज ज्योति जोत समाउण लगे सी, आप जी नूं आग्या कीती सी कि भाई पुरखा 2200 घोड़सवार तैयार पर तैयार रखियो, पर तुसां युद्ध नहीं कोई करना। महाराज ने गुरु हरराय साहब जी ने हाथ जोड़ के आख्या सी सच्चे पातशाह जे कोई चढ़ के आ गया तां। महाराज ने कहा जिहड़ा तुहाडे ते चढ़ के आएगा गले दी तरह गल जाएगा, तुहाडे तक पहुंच नहीं सकेगा। ये गुरु साहब दे कहे हुए वाक। महाराज 2200 घोड़सवार तैयार पर तैयार रखे, पर महाराज साहब जी ने युद्ध नहीं किया। जदों भी कोई मुहिमां चढ़दियां किसे फौज विच तां बीमारी फैल जांदी, कोई सैनापति हाजे नाल चढ़ाई कर गया, किसे दे ढिड च सूल उठ पई, कोई सैना ही आपस च लड़ पई, कदे कोई तनखाहां तो लड़ पे, वो पंजाब तक पहुंचे ही नहीं। फिर नरंगे दा जदों कोप सी इहनूं शांत करन लई सच्चे पातशाह जी महाराज अपने वड्डे पुत्र राम राय नूं सच्चे पातशाह जी महाराज जी ने फिर दिल्ली साध संगत जी तोरिया। गरीब नवाज सच्चे पातशाह जी महाराज जी दा आनंद कारज जो साध संगत जी कीरतपुर साहब दे अंदर गुरु हरगोबिंद साहब सच्चे पातशाह जी महाराज जी ने आप कीता। माता राम कोयर जी दी कुख तो बाबा राम राय जी दा जन्म होया सी। माता कृष्ण कौर जी दी कुख तो धन गुरु हरकृष्ण साहब सच्चे पातशाह जी महाराज दा अवतार होया सी गरीब नवाज सच्चे पातशाह जी दा। इयों जदों बाबा राम राय जी फिर दिल्ली आए सी, सतगुरां जी ने भेजिया सीगा ते साध संगत जी बहुत भारी जड़ियां सी ना करामातां दिखा करके नरंगे दा कोप शांत कीता सी। पर सतगुरां जी ने आग्या कीती सी
कि हे राम राय तेरी रसना ते वसांगे, जो कहेंगा सत हो जाएगा। पर इहो जिहा बचन ना करी जिस बचन विच गुरु नानक साहब दे घर दी छुटियाई होवे, गुरु नानक साहब जी दी किते नरादरी ना कर देवीं। ते जदों फिर बाणी दा साध संगत जी जबानी जिहड़ा सी ओह नरादर कीता, मिट्टी मुसलमानगी दी थां ते बेईमान शब्द कह दिता ना, ते उस समय दिल्ली दीयां संगतां ने गुरु हरराय साहब जी महाराज नूं दस्सिया, ते सच्चे पातशाह जी महाराज जी ने तिस समय साध संगत जी भावें वेख लो योग पुत्र सी, महाराज सच्चे पातशाह जी ने त्यागण लग्या थोड़ा समा भी नहीं लाया। महाराज ने कहा राम राय जिधर नूं मूंह उधर नूं चलिया जा, साडे मत्थे ना लगी। सा जिंदगी सच्चे पातशाह जी ने अपने मत्थे नहीं लाया, भावें कि राम राय जी फिर उदास रहन लग गए। बड़े चिर बाद जदों आए, एक कोह दी दूरी ते रुक के सेवक नूं भेजिया कि पिता जी दे सानू चरनी लाओ, महाराज सानू माफ कर देण। सतगुरु जी ने कहा जिधर नूं मूंह आ उधर चलिया जावे, साडे मत्थे ना लगे। उदों जदों ये खबर सुनी सी ते लाहौर वाल नूं मूंह करके खलोते सी, फिर लाहौर चले गए। इथों तक पुत्र त्यागया नहीं, सिख संगतां नूं हुक्मनामा जारी कर दिता कि साडे पुत्र नूं कोई जिहड़ा है माया ना चढ़ावे। ते लाहौर दे सिखां ने सोचिया, महाराज ने आख्या माया ना चढ़ाओ, चलो सोना भेंट करो। सोना भेंट जदों कीता, महाराज नूं पता लगा, हजूर कहंदे भाई लाहौरियो अंदरों खोटे होवोगे। ये सच्चे पातशाह जी ने उन्हां नूं भी नहीं बख्शिया। फिर गरीब नवाज सतगुरु जी ने बाणी दा अदब कायम रखिया सच्चे पातशाह ने। फिर साध संगत जी जिहड़ा वेखो निमाणिया ते नताणिया नूं राज बख्शण वाले धन गुरु हरराय साहब सच्चे पातशाह महाराज, ओहो ही भाई काला सी। जदों सच्चे पातशाह जी महाराज दे दर्शनां नूं आया ते इहदे भतीजे सीगे दो, एक तां इहने कुछड़ चक्या होया, एक नाल उंगली लाया होया। ते जिहड़ा उंगली लाया ओह ना ढिड वजाउण लग पिया, जिवें ढोलक दे उत्ते हथ मारी दे, ओह ढिड ते हथ मारे। सच्चे पातशाह जी कहंदे आ भाई कालिया ये ढिड क्यों वजाउंदे आ? सच दस दिता महाराज दे कोल, महाराज मेरा भरा चढ़ाई कर गया है। सच्चे पातशाह जी ये मेरे भतीजे है ते मेरी घरवाली इन्हां नूं ना शरीक जान के रजवा भोजन नहीं दिंदी खाण नूं, ते महाराज भुख दे दुख नाल ढिड वजाउंदे है। सच्चे पातशाह जी महाराज त्रुठे गुरु हरराय साहब जी महाराज। सतगुरु जी कहंदे भाई कालिया ये तां एडा वड्डा राजा होवेगा, इहदे घोड़े जमुना तो पानी पिया करनगे। सच्चे पातशाह जी ने वरदान दिता ते साध संगत जी वो पटियाले वालियां दा राज कायम होया। जिहड़ा कुछड़ चक्या सी महाराज ने उन्होंने भी वरदान दिता कि इहदी भी वड्डी फौज होवेगी। साध संगत जी फूल वंश वाले राजे होए। सच्चे पातशाह जी महाराज दे चरनां नाल जुड़े रहे। गुरु हरगोबिंद साहब सच्चे पातशाह दियां भी साध संगत जी बेअंत जंगल देश विच बख्शिशां सीगियां। गुरु हरराय साहब सच्चे पातशाह ने महाराज ने इन्हां रोलदियां खुलदियां नूं राज भाग बख्शिश कीता ते गुरु गोबिंद सिंह सच्चे पातशाह दे कुछ कीमती शस्त्र भी इन्हां दी वंश दे कोल रहे। गरीब नवाज सच्चे पातशाह जी महाराज दे एडे वर लैके जदों भाई काला घर आया ते घर वाली लड़ पई। वो कहंदी तू शरीकां वास्ते वर लै आया ते अपने औलाद वास्ते नहीं वर लैके आया। वो अपने बच्चियां नूं भी ना धक्के नाल उन तोरिया, कहंदा मेरे की वस है, गुरु साहब ने वर देता, मैं तां इन्ना ही दस्सिया कि रोटी नहीं अज इन्हां खाधी रजवी ते तां ढिड वजाउंदे आ। कहण लगी कि जा हुण अपने पुत्रां वास्ते भी लैके आ वर। ते ओ भाई काला अपने पुत्रां नूं भी लैके आ गया। हुण उन्हां नूं सिखाया सी, वो भी ढिड वजाउण लग पे। महाराज साहब जी कहंदे भाई काले अज की गल है? ये महाराज मेरे पुत्र ने। सतगुरु जी कहंदे इन्हां नूं भी रोटी नहीं मिलदी रजवी? नहीं महाराज रोटी तो मिलदी है, घर वाली लड़ पई है। उन महाराज धक्के नाल भेजिया है ते महाराज इन्हां लई भी कहंदी है वर लैके आ। सतगुरु जी हस पे। महाराज कहंदे चंगा जा भी किसी दा टैक्स नहीं भरनगे। ये सच्चे पातशाह जी महाराज ने उन्हां नूं भी वरदान दिता। सच्चे पातशाह धन गुरु हरराय साहब जी महाराज कीरतपुर साहब की धरती ते हजूर ने विराजदियां होया साध संगत जी अपने जीवन दे 31 साल 8 महीने
ਤੇ 17 ਦਿਨ ਦੀ ਸੱਚੇ ਪਾਤਸ਼ਾਹ ਮਹਾਰਾਜ ਹਜੂਰ ਨੇ ਸਰੀਰਕ ਆਜੂ ਜਿਹੜੀ ਸੀ ਗਰੀਬ ਨਵਾਜ ਜੀ ਨੇ ਭੋਗੀ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸੁਪੁੱਤਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਤਖਤ ਜਿਹੜਾ ਸੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਸੌਂਪ ਕੇ ਮਹਾਰਾਜ ਸੱਚੇ ਪਾਤਸ਼ਾਹ ਆਪ ਹਜੂਰ ਜੋਤੀ ਜੋਤ ਸਮਾਏ। ਸੱਚੇ ਪਾਤਸ਼ਾਹ ਨੇ ਜਿਹੜਾ ਦਸਵੰਧ ਦੀ ਮਰਿਆਦਾ ਗੁਰੂ ਅਰਜਨ ਸਾਹਿਬ ਜੋ ਕਾਇਮ ਕੀਤੀ ਸੀ ਉਸ ਨੂੰ ਸੱਚੇ ਪਾਤਸ਼ਾਹ ਨੇ ਸਿੱਖਾਂ ਦੇ ਅੰਦਰ ਪਰਪੱਕ ਕੀਤਾ। ਮਹਾਤਮ ਦੱਸਿਆ ਕਿ ਜੇ ਭਾਈ ਥੋੜਾ ਜਿੰਨਾ ਵੀ ਗੁਰੂ ਕੇ ਲੰਗਰਾਂ ਵਿੱਚ ਭੇਟ ਕਰੀਏ ਤੇ ਉਹਦਾ ਬੜਾ ਵੱਡਾ ਫਲ ਪ੍ਰਾਪਤ ਹੁੰਦਾ ਹੈ। ਫਿਰ ਸਿੱਖਾਂ ਦੇ ਕਈ ਪ੍ਰਕਾਰ ਦੇ ਪ੍ਰਸ਼ਨਾਂ ਦੇ ਸਤਿਗੁਰੂ ਜੀ ਉੱਤਰ ਦਿਆ ਕਰਦੇ। ਗਰੀਬ ਨਵਾਜ ਸੱਚੇ ਪਾਤਸ਼ਾਹ ਭਾਈ ਗੋਂਦੇ ਜੇ ਵਰਗੇ ਸਿੱਖਾਂ ਦੀ ਇੰਨੀ ਪ੍ਰੀਤ ਵੇਖ ਕੇ ਮਹਾਰਾਜ ਸਾਰਾ ਦਿਨ ਤਖਤ ਤੇ ਹੀ ਹਜੂਰ ਸਜੇ ਰਹੇ। ਕਿੱਥੇ ਭਾਈ ਗੋਂਦਾ ਕਾਬਲ ਵਿੱਚ ਸਮਾਧੀ ਲਾਈ। ਇੰਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖਾਂ ਦੇ ਨਾਲ ਪਿਆਰ ਕੀਤਾ। ਸਮਾਧੀ ਵਾਲੇ ਸਿੱਖ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜੋ ਸੁਰਤ ਦੇ ਨਾਲ ਭਜਨ ਕਰਦੇ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਬਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਖਿਆ ਸਿਮਰੋ ਸ਼੍ਰੀ ਹਰਿਰਾਏ। ਭਾਈ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਸਿਮਰੋ। ਜਿਨ੍ਹਾਂ ਦੇ ਨਾਮ ਨੂੰ ਸਿਮਰਨੇ ਕਰਕੇ ਦਿਲ ਦੇ ਅੰਦਰ ਸੁੱਖ ਤੇ ਸ਼ਾਂਤੀ ਪ੍ਰਤੀ ਪ੍ਰਾਪਤ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਅਦਬ ਕਰਨ ਦੀ ਸਿੱਖਿਆ ਦਿੱਤੀ। ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਾਹੇ ਹਮਾਰਾ। ਐਸੀਆਂ ਸਿੱਖਿਆ ਦਰੜਾਈਆਂ ਸੱਚੇ ਪਾਤਸ਼ਾਹ ਜੀ ਮਹਾਰਾਜ। ਜਦੋਂ ਆਪ ਕੀਰਤਪੁਰ ਸਾਹਿਬ ਜਾਓ ਤੇ ਸਤਿਗੁਰੂ ਜੀ ਦੇ ਪਾਵਨ ਅਸਥਾਨ ਹਨ। ਉੱਥੇ ਜਿਹੜਾ ਸਾਧ ਸੰਗਤ ਜੀ ਮਹਾਰਾਜ ਜੀ ਦਾ ਰਹਿਣ ਵਾਲਾ ਘਰ ਵੈ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਉਸ ਦੇ ਵਿਹੜੇ ਦੇ ਵਿੱਚ ਸਾਧ ਸੰਗਤ ਜੀ ਸੁੰਦਰ ਮੰਜੀ ਸਾਹਿਬ ਬਣਿਆ ਹੋਇਆ, ਚਬੂਤਰਾ ਬਣਿਆ ਹੋਇਆ ਸੰਗਮਰਮਰ ਦਾ। ਉੱਥੇ ਸਤਿਗੁਰੂ ਜੀ ਬੈਠਿਆ ਕਰਦੇ ਸੀ। ਮਹਾਰਾਜ ਦੀਵਾਨ ਲਾਇਆ ਕਰਦੇ ਸੀ। ਆਈਆਂ ਸੰਗਤਾਂ ਨੂੰ ਹਜੂਰ ਉੱਥੇ ਬੈਠ ਕਰਕੇ ਸੱਜ ਕੇ ਮਹਾਰਾਜ ਦਰਸ਼ਨ ਦਿਆ ਕਰਦੇ। ਅੱਜ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਹੈ। ਆਪ ਸੰਗਤਾਂ ਨੂੰ ਸਵਾਸ ਸਵਾਸ ਵਧਾਈਆਂ ਹੋਣ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਅੰਮ੍ਰਿਤ ਪਵਿੱਤਰ ਬਾਣੀ ਦੀ ਕਥਾ ਆਓ ਮਨ ਚਿਤ ਇਕਾਗਰ ਕਰਕੇ ਸਰਵਣ ਕਰੀਏ। ਹਜੂਰ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜੂਰ ਤੀਸਰੀ ਅਸ਼ਟਪਦੀ ਦਾ ਸ਼ਲੋਕ ਮਹਾਰਾਜ ਜੀ ਉਚਾਰਨ ਕਰ ਰਹੇ ਹੈ। 2 ਅਸ਼ਟਪਦੀਆਂ ਸੰਪੂਰਨ ਹੋ ਚੁੱਕੀਆਂ ਹਨ। ਸਾਧ ਸੰਗਤ ਜੀ ਦੂਸਰੀ ਅਸ਼ਟਪਦੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਨੇ ਪਰਲੋਕ ਦਾ ਦ੍ਰਿਸ਼ ਸਾਨੂੰ ਦਿਖਾਇਆ। ਸੱਚੇ ਪਾਤਸ਼ਾਹ ਨੇ ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਨਾਮ ਦੀ ਮਹਿਮਾ ਦੱਸੀ। ਗੁਰਸਿੱਖੋ, ਜਦੋਂ ਕੋਈ ਚੀਜ਼ ਕੰਮ ਨਹੀਂ ਆਉਂਦੀ ਤੇ ਵਾਹਿਗੁਰੂ ਦਾ ਨਾਮ ਹੀ ਕੰਮ ਆਉਂਦਾ ਹੈ। ਇਸ ਲੋਕ ਵਿੱਚ ਵੀ ਕੰਮ ਆਉਂਦਾ ਹੈ, ਪਰਲੋਕ ਵਿੱਚ ਵੀ ਕੰਮ ਆਉਂਦਾ ਹੈ। ਜਿੱਥੇ ਕੋਈ ਸਹਾਇਤਾ ਕਰਨ ਦੇ ਸਮਰੱਥ ਨਹੀਂ, ਉੱਥੇ ਵਾਹਿਗੁਰੂ ਨਾਮ ਸਹਾਇਤਾ ਕਰਦਾ ਹੈ। ਇਸ ਕਰਕੇ ਆਪਣੀ ਜ਼ਿੰਦਗੀ ਦੇ ਅਮੋਲਕ ਸਵਾਸਾਂ ਨੂੰ ਅਜਾਈਂ ਨਹੀਂ ਗਵਾਉਣਾ ਚਾਹੀਦਾ। ਵਾਹਿਗੁਰੂ ਦਾ ਨਾਮ ਜਪ ਕੇ ਆਪਣੇ ਜਨਮ ਨੂੰ ਸਫਲਾ ਕਰੋ। ਨਾਮ ਦਾ ਧਨ ਇਕੱਠਾ ਕਰੋ। ਜੇਕਰ ਕਿ ਸੁਤੇ ਸਿੱਧ ਹੀ ਨਾਮ ਜਪੀਏ ਤੇ ਉਹਦਾ ਐਡਾ ਵੱਡਾ ਲਾਭ ਹੈ, ਤੇ ਜੇ ਪ੍ਰੇਮ ਨਾਲ ਜਪੀਏ ਤਾਂ ਫਿਰ ਤਾਂ ਕਹਿਣਾ ਹੀ ਕੀ ਹੈ। ਫਿਰ ਤਾਂ ਲਾਭ ਦੱਸਿਆ ਹੀ ਨਹੀਂ ਜਾ ਸਕਦਾ ਨਾ। ਇਸ ਕਰਕੇ ਮਹਾਰਾਜ ਨੇ ਨਾਮ ਦੀ ਬਾਬਤ ਆਗਿਆ ਕੀਤੀ ਕਿ ਪਰਲੋਕ ਵਿੱਚ ਉਸ ਰਸਤੇ ਤੇ ਕੇਵਲ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਕੰਮ ਆਉਂਦਾ ਹੈ। ਤੀਸਰੀ ਅਸ਼ਟਪਦੀ ਦੇ ਅੰਦਰ ਸਤਿਗੁਰੂ ਜੀ ਹੁਣ ਪ੍ਰਕਰਨ ਰੱਖਦੇ ਹੈ ਕਿ ਜਿੰਨੇ ਵੀ ਸਾਧਨ ਹਨ, ਜਿੰਨੀ ਵੀ ਵਿਦਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹਨਾਂ ਸਾਰੇ ਸਾਧਨਾਂ ਤੋਂ, ਸਾਰੀ ਵਿਦਿਆ ਤੋਂ ਵਾਹਿਗੁਰੂ ਦਾ ਨਾਮ ਜਪਣਾ ਉੱਚਾ ਸਾਧਨ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਕਥਨ ਕਰਨ ਲੱਗੇ ਆ। ਗਰੀਬ ਨਵਾਜ ਸੱਚੇ ਪਾਤਸ਼ਾਹ ਹਜੂਰ ਸ਼ਲੋਕ ਦੇ ਅੰਦਰ ਗਰੀਬ ਨਵਾਜ ਜਿਹੜਾ ਭਾਵ ਅਰਥ ਸਤਿਗੁਰੂ ਜੀ ਰੱਖਦੇ ਆ,
ਉਹਨੂੰ ਸਾਰੀ ਅਸ਼ਟਪਦੀ ਵਿੱਚ ਸੱਚੇ ਪਾਤਸ਼ਾਹ ਜੀ ਖੋਲਦੇ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਸ਼ਲੋਕ ਦਾ ਜਿਹੜਾ ਪ੍ਰਕਰਣ ਹੈ ਉਹਦਾ ਹੀ ਵਿਸਥਾਰ ਅਸ਼ਟਪਦੀ ਦੇ ਅੰਦਰ ਸੱਚੇ ਪਾਤਸ਼ਾਹ ਜੀ ਕਰਦੇ ਹੈ। ਹਜੂਰ ਫਰਮਾਉਂਦੇ ਹਨ, ਬਹੁ ਸ਼ਾਸਤਰ ਬਹੁ ਸਿਮਰਤੀ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਬਹੁਤ ਸਾਰਾ 6 ਸ਼ਾਸਤਰ ਉਪਦੇਸ਼ ਦਿੰਦੇ ਹੈ, ਫਿਰ ਬਹੁਤ ਸਾਰਾ ਜਿਹੜਾ ਉਪਦੇਸ਼ ਜਿਹੜਾ ਹੈ ਸਿਮਰਤੀਆਂ ਦਿੰਦੀਆਂ ਨੇ। ਬਹੁਤ ਸਾਰੇ ਸ਼ਾਸਤਰ ਤੇ ਬਹੁਤ ਸਾਰੀਆਂ ਜੇ ਸਿਮਰਤੀਆਂ ਹਨ। ਵੇਖੇ ਸਰਬ ਢੰਡੋਲ। ਇਹਨਾਂ ਨੂੰ ਸੱਚੇ ਪਾਤਸ਼ਾਹ ਜੀ ਕਹਿੰਦੇ ਢੰਡੋਲ ਕੇ ਖੋਜ ਖੋਜ ਕੇ ਅਸੀਂ ਵਾਚ ਵਾਚ ਕੇ ਵਿਚਾਰ ਵਿਚਾਰ ਕੇ ਢੰਡੋਲ ਕੇ ਖੋਜ ਕੇ ਗੁਰਸਿੱਖੋ ਵੇਖਿਆ ਏ। ਪੂਜਸ ਨਾਹੀ ਹਰ ਹਰੇ। ਜੋ ਵਾਹਿਗੁਰੂ ਸਭ ਦੇ ਚਿੱਤਾਂ ਨੂੰ ਹਰਿਆ ਕਰਨ ਵਾਲਾ ਹੈ, ਸਭ ਦੇ ਦੁੱਖਾਂ ਨੂੰ ਹਰਨ ਵਾਲਾ ਹੈ। ਮਹਾਰਾਜ ਕਹਿੰਦੇ ਉਸ ਦੇ ਨਾਮ ਦੇ ਬਰਾਬਰ 6 ਸ਼ਾਸਤਰਾਂ ਦੀ ਪੜ੍ਹੀ ਹੋਈ ਵਿਦਿਆ ਨਹੀਂ ਪਹੁੰਚ ਸਕਦੀ। ਸੱਚੇ ਪਾਤਸ਼ਾਹ ਕਹਿੰਦੇ 27 ਸਿਮਰਤੀਆਂ ਦਾ ਗਿਆਨ ਜਿਹੜਾ ਨਾ ਉਹ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪੁੱਜ ਸਕਦਾ। ਐਸਾ ਹੈ ਮੇਰੇ ਹਰੀ ਦਾ ਨਾਮ, ਵਾਹਿਗੁਰੂ ਦਾ ਨਾਮ। ਪੂਜਸ ਨਾਹੀ ਹਰ ਹਰੇ, ਪੁੱਜ ਨਹੀਂ ਸਕਦੇ, ਉਹਦੇ ਬਰਾਬਰ ਨਹੀਂ ਆ ਸਕਦੇ ਹਨ। ਮਹਾਰਾਜ ਕਹਿੰਦੇ ਇਹਨਾਂ ਦਾ ਪੜ੍ਹਿਆ ਹੋਇਆ ਗਿਆਨ, ਇਹਨਾਂ ਦੀ ਪੜ੍ਹੀ ਹੋਈ ਵਿਦਿਆ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੇ ਨਾਮ ਜਪਣ ਵਾਲੇ ਦੇ ਬਰਾਬਰ ਨਹੀਂ ਆ ਸਕਦੇ ਹਨ। ਨਾਨਕ ਨਾਮ ਅਮੋਲ। ਸੱਚੇ ਪਾਤਸ਼ਾਹ ਜੀ ਕਹਿੰਦੇ ਨਾਮ ਅਮੋਲਕ ਵੈ, ਨਾਮ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ। ਸਾਧ ਸੰਗਤ ਜੀ ਅਵਤਾਰਾਂ ਦੇ ਵੀ ਸਰੀਰ ਹੌਲੇ ਪੈ ਗਏ ਨਾਮ ਦੇ ਸਾਹਮਣੇ। ਜਿਸ ਵਕਤ ਕ੍ਰਿਸ਼ਨ ਜੀ ਨੂੰ ਲੈ ਚੱਲੇ ਸੀ ਨਾ ਨਾਰਦ, ਕਿਉਂਕਿ ਗੋਪੀਆਂ ਨੂੰ ਕਿਹਾ ਗੋਪੀਓ ਤੁਹਾਨੂੰ ਕ੍ਰਿਸ਼ਨ ਭਗਵਾਨ ਦੀ ਪ੍ਰਾਪਤੀ ਕਿਵੇਂ ਹੋਈ ਹੈ? ਕਹਿਣ ਲੱਗੀਆਂ ਪੁੰਨ ਦਾਨ ਕਰਕੇ। ਕਹਿਆ ਕਿ ਅਗਲੇ ਜਨਮ ਚ ਨਹੀਂ ਫਿਰ ਕ੍ਰਿਸ਼ਨ ਜੀ ਦੀ ਲੋੜ? ਅਖੇ ਲੋੜ ਹੈ ਨਾਰਦ ਜੀ, ਫਿਰ ਦਾਨ ਪੁੰਨ ਕਰੋ। ਕੀ ਦਾਨ ਕਰੀਏ? ਨਾਰਦ ਜੀ ਕਹਿੰਦੇ ਜੇ ਜੋ ਦਾਨ ਕਰੀਓ ਮਿਲ ਜਾਂਦਾ ਹੈ। ਕ੍ਰਿਸ਼ਨ ਜੀ ਦਾਨ ਕਰ ਦਿਓ। ਬਾਬਰੀਆਂ ਨੇ ਕ੍ਰਿਸ਼ਨ ਹੀ ਦਾਨ ਕਰਤਾ। ਤੇ ਜਦੋਂ ਕ੍ਰਿਸ਼ਨ ਜੀ ਆਏ ਬਾਹਰੋਂ ਨਾਰਦ ਜੀ ਨੇ ਪਕੜ ਲਿਆ ਬਾਹੋਂ, ਕਹਿੰਦੇ ਚਲੋ ਭਗਵਾਨ ਜੀ ਮੈਂ ਤਾਂ ਦਾਨ ਕਰਾ ਲਿਆ ਤੁਹਾਨੂੰ। ਤੇ ਇਸ ਸਮੇਂ ਗੋਪੀਆਂ ਕਹਿਣ ਲੱਗੀਆਂ ਨਾਰਦ ਬੜਾ ਛਲ ਕੀਤਾ ਹੀ ਸਾਡੇ ਨਾਲ, ਅਗਲੇ ਜਨਮ ਚ ਖਰੇ ਪ੍ਰਾਪਤੀ ਹੋਣੀ ਜਾਂ ਨਹੀਂ ਹੋਣੀ, ਤੂੰ ਤਾਂ ਹੁਣੇ ਵਿਛੋੜਾ ਪਾਤਾ। ਨਾਰਦ ਜੀ ਕਹਿਣ ਲੱਗੇ ਅੱਛਾ ਬਈ ਭਗਵਾਨ ਦੇ ਬਰਾਬਰ ਜੋ ਤੋਲ ਕੇ ਦੇ ਦੋਗੇ ਮੈਂ ਲੈ ਜਾਵਾਂਗਾ। ਫਿਰ ਤੇ ਸਮੇਂ ਕਹਿੰਦੇ ਸਾਰੇ ਗੋਪੀਆਂ ਦੇ ਗਹਿਣੇ ਨਹੀਂ ਤੁਲ ਸਕੇ, ਸੋਨਾ ਚਾਂਦੀ ਹੀਰੇ ਜਵਾਹਰਾਤ ਨਹੀਂ ਕ੍ਰਿਸ਼ਨ ਜੀ ਦੇ ਬਰਾਬਰ ਤੁਲ ਸਕੇ। ਫਿਰ ਗੋਪੀਆਂ ਨੂੰ ਆਖਿਆ ਕਿ ਤੁਸੀਂ ਤੁਲਸੀ ਦੇ ਪੱਤੇ ਦੇ ਉੱਤੇ ਰਾਮ ਦਾ ਨਾਮ ਲਿਖ ਕੇ ਰੱਖ ਦਿਓ। ਤੇ ਫਿਰ ਸਾਧ ਸੰਗਤ ਜੀ ਨਾਮ ਦਾ ਪਲੜਾ ਭਾਰੀ ਹੋ ਗਿਆ ਤੇ ਅਵਤਾਰ ਜਿਹੜੇ ਸਨ ਕ੍ਰਿਸ਼ਨ ਜੀ ਉਹਨਾਂ ਦਾ ਵੀ ਪਲੜਾ ਉੱਪਰ ਉੱਠ ਗਿਆ। ਨਾਰਦ ਜੀ ਨੇ ਤੇ ਸਮੇਂ ਤੁਲਸੀ ਦਾ ਪੱਤਾ ਹੀ ਜਿਹਦੇ ਤੇ ਰਾਮ ਦਾ ਨਾਮ ਲਿਖਿਆ ਝੋਲੀ ਪਵਾ ਲਿਆ। ਆਖਿਆ ਮੈਂ ਤਾਂ ਨਾਮ ਲੈਣ ਹੀ ਆਇਆ ਸਾਂ। ਇਹ ਸਾਧ ਸੰਗਤ ਜੀ ਨਾਮ ਦੀ ਵੱਡੀ ਮਹਿਮਾ ਹੈ। ਸ਼੍ਰੀ ਰਾਮਚੰਦਰ ਜੀ ਨੇ ਵੀ ਜਣਾਇਆ ਸੀ ਪੱਥਰਾਂ ਦੇ ਉੱਤੇ ਲਿਖ ਕਰਕੇ ਰਾਮ ਦਾ ਨਾਮ। ਐਡੇ ਐਡੇ ਪੱਥਰ ਸਮੁੰਦਰ ਦੇ ਅੰਦਰ ਤਾਰੇ ਸੀ ਜਦੋਂ ਸੇਤੂ ਬੰਨਿਆ ਸੀ। ਤੁਲਸੀ ਜੀ ਸ਼੍ਰੀ ਰਾਮਚੰਦਰ ਜੀ ਦੇ ਉਪਾਸ਼ਕ ਹੋਏ ਹੈ। ਉਹਨਾਂ ਨੇ ਲਿਖਿਆ ਹੈ ਕਹੋਂ ਕਹਾਂ ਲਗ ਨਾਮ ਵਡਾਈ, ਰਾਮ ਨਾ ਸਕੈ ਨਾਮ ਗੁਣ ਗਾਈ। ਕਹਿੰਦੇ ਵੇਖ ਲੋ ਜਿਨ੍ਹਾਂ ਦਾ ਮੈਂ ਉਪਾਸ਼ਕ ਹਾਂ ਸ਼੍ਰੀ ਰਾਮਚੰਦਰ ਜੀ ਅਵਤਾਰ ਹੋਏ ਹੈ, ਨਾਮ ਦੀ ਮਹਿਮਾ ਸਮੱਗਰ ਤਾਂ ਸ਼੍ਰੀ ਰਾਮਚੰਦਰ ਜੀ ਵੀ ਨਹੀਂ ਕਹਿ ਸਕੇ। ਇਸ ਪ੍ਰਕਾਰ ਨਾਮ ਜਿਹੜਾ ਨਾ ਸਭ ਤੋਂ ਵੱਡਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪੂਜਸ ਨਾਹੀ ਹਰ ਹਰੇ, ਨਹੀਂ ਪੁੱਜ ਸਕਦੇ ਵਾਹਿਗੁਰੂ ਦੇ ਨਾਮ ਦੇ ਬਰਾਬਰ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜੂਰ ਕਾਂਸ਼ੀ ਗਏ ਸੀ ਤੇ ਸਾਧ ਸੰਗਤ ਜੀ ਉਦੋਂ ਗੋਪਾਲ ਦੱਤ ਪੰਡਤ ਚਰਚਾ ਕਰਨ ਨੂੰ ਕਿੰਨਿਆਂ ਵਿਦਵਾਨਾਂ ਨੂੰ ਨਾਲ ਲੈ ਆਇਆ ਸੀ। ਤੇ ਸੱਚੇ ਪਾਤਸ਼ਾਹ ਜੀ ਦੇ ਖਹਿੜੇ ਪੈ ਗਿਆ, ਕਹਿਣ ਲੱਗਾ ਮੇਰੇ ਨਾਲ ਚਰਚਾ ਕਰੋ। ਤੇ ਹਜੂਰ ਨੇ ਤੇ ਸਮੇਂ ਕੋਲ ਮਰਿਆ ਹੋਇਆ ਕੁੱਤਾ ਸੀ, ਉਹਨੂੰ ਕਿਹਾ ਉੱਠ ਤੇਰੇ ਜਾਤ ਭਾਈ ਆਏ ਇਹਨਾਂ ਨਾਲ ਚਰਚਾ ਕਰ। ਉਹ ਗੋਪਾਲ ਦੱਤ ਪੰਡਤ ਹੈਰਾਨ ਹੋ ਗਿਆ, ਕਹਿੰਦਾ ਮਹਾਰਾਜ ਅਸੀਂ ਇੰਨੇ ਉੱਚ ਜਾਤੀ ਦੇ ਬ੍ਰਾਹਮਣ, ਇੰਨੀ ਵਿਦਿਆ ਪੜ੍ਹੀ ਤੇ ਤੁਸੀਂ ਕੁੱਤੇ ਨੂੰ ਸਾਡਾ ਜਾਤ ਭਾਈ ਕਿਉਂ ਕਿਹਾ? ਤੁਸੀਂ ਮਰਿਆਦਾ ਪੁਰਸ਼ੋਤਮ। ਮਹਾਰਾਜ ਕਹਿੰਦੇ ਤੇਰਾ ਦਾਦਾ ਇਹ ਸ਼ਿਵਦੱਤ ਹੈ। ਹੈਰਾਨ ਹੋ ਗਿਆ ਮਹਾਰਾਜ, ਮੇਰਾ ਦਾਦਾ ਤਾਂ 6 ਸ਼ਾਸਤਰ ਪੜ੍ਹਿਆ ਸੀ, 27 ਸਿਮਰਤੀਆਂ ਨੂੰ ਪੜ੍ਹਿਆ ਹੋਇਆ ਸੀ, 4 ਵੇਦਾਂ ਦਾ ਗਿਆਤਾ ਸੀ ਮੇਰਾ ਦਾਦਾ। ਮਹਾਰਾਜ ਉਹ ਤਾਂ
ਜਿਹੜੀ ਸੰਧਿਆ ਕਰਨੀ ਜਾਣਦਾ ਸੀ, ਗਾਇਤਰੀ ਮੰਤਰ ਕੰਠ ਸੀ ਉਸ ਨੂੰ। ਸੱਚੇ ਪਾਤਸ਼ਾਹ 16 ਪ੍ਰਕਾਰ ਦੀ ਪੂਜਾ ਦਾ ਅਭਿਆਸੀ ਸੀਗਾ। ਉਹਨੂੰ ਮਹਾਰਾਜ ਮਰ ਕੇ ਜੂਨ ਕਿਉਂ ਮਿਲੀ? ਮਹਾਰਾਜ ਨੇ ਫਿਰ ਆਖਿਆ ਇੱਥੇ ਨਾਮ ਦੇ ਰਸੀਏ ਸਾਧੂ ਆਏ ਸੀ, ਗੋਪਾਲ ਦੱਤ, ਉਹ ਭਜਨ ਵਿੱਚ ਲੀਨ ਸਨ। ਇਹ ਬਾਰ-ਬਾਰ ਪਿੱਛੇ ਖਹਿੜਾ ਕਰਦਾ ਕਿ ਮੇਰੇ ਨਾਲ ਚਰਚਾ ਕਰੋ, ਚਰਚਾ ਕਰੋ। ਕਹਿੰਦੇ ਸਾਨੂੰ ਨਾਮ ਜਪਣ ਦੇ ਕੀ ਖਹਿੜੇ ਪਿਆ ਤੂੰ? ਉਹ ਹਟੇ ਹੀ ਨਾ ਕਿ ਹੁਣ ਫਿਰ ਤੁਸੀਂ ਸਾਧੂਆਂ ਵਾਲਾ ਕਹਿੰਦਾ ਭੇਸ ਕਿਉਂ ਧਾਰਿਆ? ਜੇ ਚਰਚਾ ਨਹੀਂ ਕਰਨੀ ਤਾਂ ਮੇਰੇ ਨਾਲ ਚਰਚਾ ਕਰੋ। ਉਹ 3-4 ਥਾਂ ਬਦਲ ਕੇ ਪਰ ਇਹ ਪਿੱਛੇ ਹੀ ਹਟੇ ਹੀ ਨਾ। ਉਹਨਾਂ ਫਿਰ ਸੁਤੇ ਕਿਹਾ ਵੀ ਤੂੰ ਕੁੱਤੇ ਵਾਂਗੂ ਮਗਰ ਕੀ ਪੈ ਗਿਆ, ਭਜਨ ਨਹੀਂ ਕਰਨ ਦਿੰਦਾ। ਕਿਉਂਕਿ ਜਿਹਨੂੰ ਵਾਹਿਗੁਰੂ ਦੇ ਨਾਮ ਦੀ ਮਹਿਮਾ ਪਤਾ ਲੱਗੀ ਆ ਨਾ, ਉਹਨੇ ਵੇਦ ਸ਼ਾਸਤਰ ਸਾਰੇ ਪੜ੍ਹ ਕੇ ਜਾਣ ਲਿਆ ਕਿ ਨਾਮ ਤੋਂ ਉੱਚੀ ਕੋਈ ਚੀਜ਼ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਇਸ ਕਰਕੇ ਵਾਹਿਗੁਰੂ ਦਾ ਨਾਮ ਹੀ ਜਿਹੜਾ ਨਾ ਪਿਆਰੇ, ਉਹਦੇ ਵਿੱਚ ਆਪਣੀ ਸੁਰਤ ਜੋੜਦੇ ਐ। ਤਾਂ ਹਜੂਰ ਕਹਿੰਦੇ ਪੂਜਸ ਨਾਹੀ ਹਰ ਹਰੇ, ਨਹੀਂ ਪੁੱਜ ਸਕਦੇ ਹਰੀ ਦੇ ਨਾਮ ਦੇ ਬਰਾਬਰ। ਨਾ 6 ਸ਼ਾਸਤਰਾਂ ਦੀ ਵਿਦਿਆ, ਨਾ ਸਾਧ ਸੰਗਤ ਜੀ ਸਿਮਰਤੀਆਂ ਦੀ ਵਿਦਿਆ, ਨਾ ਵੇਦਾਂ ਦੀ ਵਿਦਿਆ, ਨਾ ਪੁਰਾਣਾਂ ਦੀ ਵਿਦਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਐ ਜੇ ਕੋਈ ਇਹਨਾਂ ਨੂੰ ਪੜ੍ਹ ਲਵੇ ਤੇ ਪੜ੍ਹ ਕਰਕੇ ਗਿਆਨ ਹਾਸਲ ਕਰ ਲਵੇ ਤਾਂ ਵੀ ਉਹਦੀ ਬਰਾਬਰੀ ਨਹੀਂ ਜਿਹਨੇ ਆਪਣੇ ਜੀਵਨ ਦੇ ਅੰਦਰ ਜਪਿਆ ਹੈ ਵਾਹਿਗੁਰੂ ਵਾਹਿਗੁਰੂ। ਉਹਨੂੰ ਅੰਦਰੋਂ ਗਿਆਨ ਸੰਪੂਰਨ ਹੋ ਜਾਂਦਾ ਹੈ। ਕਬੀਰ ਜੀ ਨੇ ਕਿਸੇ ਕੋਲੋਂ ਵੇਦ ਨਹੀਂ ਸੀ ਪੜ੍ਹੇ, ਕਬੀਰ ਜੀ ਨੇ ਕਿਸੇ ਬ੍ਰਾਹਮਣ ਕੋਲੋਂ ਸ਼ਾਸਤਰ ਨਹੀਂ ਸੀ ਪੜ੍ਹੇ, ਪਰ ਸਾਰੇ ਸ਼ਾਸਤਰਾਂ ਦੇ ਸੂਤਰਾਂ ਨੂੰ ਕੱਢ ਕੇ ਬ੍ਰਾਹਮਣਾਂ ਨੂੰ ਦੱਸਦੇ ਸੀਗੇ। ਵੇਦਾਂ ਦੇ ਸੂਖਸ਼ਮ ਭਾਵ ਜਿਹੜੇ ਸੀ ਉਹ ਕੱਢ ਕੇ ਕਬੀਰ ਸਾਹਿਬ ਜੀ ਨੇ ਉਹ ਪੰਡਤਾਂ ਨੂੰ ਨਿਰੁੱਤਰ ਕਰਦੇ ਸੀ, ਕਿਉਂਕਿ ਉਹਨਾਂ ਦੇ ਅੰਦਰ ਅਧਿਆਤਮਿਕ ਗਿਆਨ ਖੁੱਲ ਗਿਆ ਸੀ। ਕਬੀਰ ਜੀ ਨਾਮ ਜਪਦੇ ਸੀ, ਵਾਹਿਗੁਰੂ ਦੀ ਬੰਦਗੀ ਕਰਦੇ ਸਨ। ਇਸ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਨਾਮ ਨੇ ਜਪਿਆ ਨਾ, ਉਹਦੇ ਬਰਾਬਰ ਕੋਈ ਵਿਦਿਆ ਪੜ੍ਹਨ ਵਾਲਾ ਵਿਦਵਾਨ ਜਿਹੜਾ ਹੈ ਨਾ ਉਹ ਨਹੀਂ ਪਹੁੰਚ ਸਕਦਾ। ਕਿਉਂਕਿ ਮਹਾਰਾਜ ਨੇ ਕਿਹਾ ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਨਾਮ ਅਮੋਲਕ ਵੈ, ਇਹਦਾ ਮੁੱਲ ਨਹੀਂ ਦੱਸਿਆ ਜਾ ਸਕਦਾ, ਇਹਦੀ ਕੀਮਤ ਨਹੀਂ ਕਹੀ ਜਾ ਸਕਦੀ। ਮਹਾਰਾਜ ਕਹਿੰਦੇ ਭਾਈ ਇਹ ਮੁੱਲ ਨਹੀਂ ਮਿਲਦਾ, ਇਹ ਤਾਂ ਮਹਾਰਾਜ ਦੇ ਤਰਸ ਨਾਲ ਪ੍ਰਾਪਤ ਹੁੰਦਾ ਹੈ, ਪੂਰੇ ਗੁਰੂ ਜੀ ਤੋਂ ਪ੍ਰਾਪਤ ਹੁੰਦਾ ਹੈ। ਅਮੋਲਕ ਹੈ ਨਾਮ, ਇਹਦਾ ਮੁੱਲ ਨਹੀਂ ਕਿਹਾ ਜਾ ਸਕਦਾ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ। ਸੱਚੇ ਪਾਤਸ਼ਾਹ ਹੁਣ ਅਸ਼ਟਪਦੀ ਦੀ ਪ੍ਰਾਰੰਭਤਾ ਕਰਦੇ ਆ ਮਹਾਰਾਜ ਸੱਚੇ ਪਾਤਸ਼ਾਹ। ਸਾਧ ਸੰਗਤ ਜੀ ਕਈ ਦੇਵਤਿਆਂ ਦੇ ਮੰਤਰ ਲੈ ਕਰਕੇ ਉਹਨਾਂ ਦਾ ਜਾਪ ਕਰਦੇ ਆ। ਇਹ ਜਾਪ ਜਿਹੜਾ ਹੈ ਜੇ ਤਾਂ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਕਰੇ ਉਹਨੂੰ ਰਾਜਸੀ ਜਾਪ ਕਹਿੰਦੇ ਆ। ਜੇ ਕਿਸੇ ਦਾ ਨੁਕਸਾਨ ਕਰਨ ਲਈ ਜਾਪ ਕਰੇ ਉਹਨੂੰ ਤਾਮਸੀ ਜਾਪ ਕਹਿੰਦੇ ਆ। ਜੇ ਆਪਣੇ ਇੰਦਰੀਆਂ ਦਾ ਨਿਰੋਧ ਕਰਨ ਲਈ ਜਾਪ ਕਰੇ ਉਹਨੂੰ ਸਾਂਤਕੀ ਜਾਪ ਕਹਿੰਦੇ ਆ। ਪਰ ਅੰਦਰ ਵਡਿਆਈ ਬਣੀ ਰਹਿੰਦੀ ਹੈ ਕਿ ਮੈਨੂੰ ਭਗਤ ਜਾਣਨ ਲੋਕ, ਸਮਝਣ ਕਿ ਬੜਾ ਜਪੀਆ ਹੈ। ਫਿਰ ਤਪ ਵੀ ਤਿੰਨੇ ਹੀ ਪ੍ਰਕਾਰ ਦਾ ਹੁੰਦਾ ਹੈ। ਆਪਣੇ ਜਿਹੜਾ ਹੈ ਸਾਧ ਸੰਗਤ ਜੀ ਮਨ ਨੂੰ ਸਾਧਣ ਲਈ ਜਿਹੜਾ ਤਪ ਕਰਨਾ ਹੈ ਉਹ ਜਿਹੜਾ ਹੈ ਉਹ ਸਾਂਤਕੀ ਤਪ ਮੰਨਿਆ ਜਾਂਦਾ ਹੈ। ਜਿਹੜਾ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਵਾਸਤੇ ਤਪ ਕਰਨਾ ਹੈ ਇਹ ਰਾਜਸੀ ਤਪ ਮੰਨਿਆ ਜਾਂਦਾ ਹੈ। ਫਿਰ ਸਾਧ ਸੰਗਤ ਜੀ ਕਿਸੇ ਨੂੰ ਮਾਰਨ ਲਈ ਜਿਹੜਾ ਤਪ ਕਰਨਾ ਹੈ ਕਿ ਮੈਨੂੰ ਬੜਾ ਭਾਰੀ ਵਰ ਪ੍ਰਾਪਤ ਹੋਵੇ, ਮੈਂ ਉਹਦੀ ਹੱਤਿਆ ਕਰ ਸਕਾਂ, ਮੈਂ ਉਹਦੇ ਨਾਲੋਂ ਬਲਵਾਨ ਹੋ ਸਕਾਂ, ਇਹ ਤਾਮਸੀ ਤਪ ਮੰਨਿਆ ਜਾਂਦਾ ਹੈ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਭਾਈ ਕਰਦੇ ਹਨ ਦੇਵਤਿਆਂ ਦੇ ਮੰਤਰਾਂ ਦਾ ਜਾਪ। ਫਿਰ ਧੂਣੀਆਂ ਤਾ ਕੇ ਜਲ ਧਾਰੇ ਕਰਕੇ, ਜਿਵੇਂ ਭਾਈ ਗੁਰਦਾਸ ਸਾਹਿਬ ਨੇ ਜ਼ਿਕਰ ਕੀਤਾ ਨਾ ਕਿ ਕੋਟ ਬਰਖ ਤਪ ਉਰਦਮੁਖੀ ਬੈਸੰਤਰ ਮੈਂ ਤਨ ਦਾਹੇ ਦਿਓ। ਕਰੋੜਾਂ ਸਾਧ ਸੰਗਤ ਜੀ 1 ਸਾਲ ਨਹੀਂ 2 ਸਾਲ ਨਹੀਂ ਕਰੋੜਾਂ ਹੀ ਬਰਖ, ਕਿਉਂਕਿ ਪਹਿਲਿਆਂ ਯੁੱਗਾਂ ਵਿੱਚ ਲੰਬੀਆਂ ਉਮਰਾਂ ਹੁੰਦੀਆਂ ਸੀਗੀਆਂ। ਇਸ ਕਰਕੇ ਲੰਬੀਆਂ ਉਮਰਾਂ ਦੇ ਨਾਲ ਬੜਾ ਤਪ ਕਰਦੇ ਸੀ। ਦਸਮ ਦਵਾਰ ਵਿੱਚ ਸਮਾਧੀਆਂ ਟਿਕਾਉਂਦੇ ਸੀ, ਕਈ ਸਾਲ ਤਾੜੀਆਂ ਲਾ ਛੱਡਦੇ ਸੀਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਾਪ ਤਾਪ ਗਿਆਨ ਸਭ ਧਿਆਨ। ਫਿਰ ਗਿਆਨ ਨੂੰ ਹਾਸਲ ਕਰਦੇ ਸਾਧ ਸੰਗਤ ਜੀ 25 ਪ੍ਰਕਿਰਤੀਆਂ ਦਾ ਗਿਆਨ ਹੋਵੇ। ਫਿਰ ਜੀਵ ਈਸ਼ ਦਾ ਭੇਦ ਜਾਣਨ ਲਈ ਜਿਹੜਾ ਹੈ ਬੜਾ ਸਾਰਾ ਗਿਆਨ ਵਿਦਾਂਤ ਪੜ੍ਹਦੇ ਐ। ਤੇ ਫਿਰ ਜਿਹੜੇ ਪਤੰਜਲੀ ਹਨ
ਉਹ ਧਿਆਨ ਦੇ ਟਿਕਾਉਣ ਦੀ ਸਿੱਖਿਆ ਦੱਸਦੇ ਹੈ ਕਿ ਜਿਹੜਾ ਚਿੱਤ ਦੀਆਂ ਬਿਰਤੀਆਂ ਦਾ ਨਿਰੋਧ ਕਰਨਾ, ਇਹੀ ਜਿਹੜਾ ਕਹਿੰਦੇ ਧਿਆਨ ਦਾ ਟਿਕਾਉਣਾ ਹੈ। 5 ਬਿਰਤੀਆਂ ਜਿਵੇਂ ਮੰਨੀਆਂ ਜਾਂਦੀਆਂ ਹਨ, ਪ੍ਰਮਾਣ, ਵਿਪਰਜੈ, ਨਿੰਦਰਾ, ਸਿਮਰਤੀ, ਵਿਕਲਪ, ਇਹਨਾਂ ਨੂੰ ਚਿੱਤ ਬਿਰਤੀ ਨਿਰੋਧਾ ਸਾ ਯੋਗਾ ਕਹਿੰਦੇ ਆ। ਚਿੱਤ ਦੀ ਬਿਰਤੀ ਦਾ ਜਿਹੜਾ ਨਿਰੋਧ ਕਰ ਲੈਣਾ, ਇਹ ਧਿਆਨ ਦਾ ਟਿਕ ਜਾਣਾ ਹੈ। ਤੇ ਆਪੋ ਆਪਣੇ ਤਰੀਕੇ ਨਾਲ ਧਿਆਨ ਟਿਕਾਉਂਦੇ ਆ। ਕੋਈ ਤ੍ਰਿਕੁਟੀ ਵਿੱਚ ਧਿਆਨ ਟਿਕਾਉਂਦਾ ਹੈ ਤੇ ਧਿਆਨ ਨੂੰ ਇੱਕ ਬਿੰਦੂ ਕਈ ਸਾਹਮਣੇ ਰੱਖ ਕੇ ਉਹਦੇ ਉੱਤੇ ਧਿਆਨ ਟਿਕਾਉਂਦੇ ਆ। ਜਿਹੜੇ ਘੋਰ ਮੰਤਰੀ ਹੁੰਦੇ ਆ ਸਾਧ ਸੰਗਤ ਜੀ, ਉਹ ਧਿਆਨ ਨੂੰ ਟਿਕਾਉਂਦੇ ਟਿਕਾਉਂਦੇ ਤਰਾਟਕ ਸ਼ਕਤੀਆਂ ਸਾਧਦੇ ਆ। ਹੌਲੀ ਹੌਲੀ ਨਿਗਾਹ ਕੀੜੀ ਤੇ ਟਿਕਾਉਂਦੇ ਆ, ਫਿਰ ਕੀੜੇ ਤੇ ਟਿਕਾਉਂਦੇ ਆ, ਫਿਰ ਉਸ ਤੋਂ ਵੱਡੇ ਜਾਨਵਰ ਤੇ ਟਿਕਾਉਣ ਲੱਗ ਜਾਂਦੇ ਆ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ, ਚਾਹੇ ਕਈ ਪ੍ਰਕਾਰ ਦੇ ਜਾਪ ਕਰ ਲੈ, ਚਾਹੇ ਕਈ ਪ੍ਰਕਾਰ ਦੇ ਮਹਾਰਾਜ ਕਹਿੰਦੇ ਤਪ ਤਾ ਲੈ, ਤੇ ਅਨੇਕਾਂ ਪ੍ਰਕਾਰ ਦਾ 25 ਪ੍ਰਕਿਰਤੀਆਂ ਦਾ ਸਾਰਾ ਵਿਦਾਂਤ ਦਾ ਗਿਆਨ ਵੀ ਹਾਸਲ ਕਰ ਲੈ, ਤੇ ਪਤੰਜਲ ਦੇ ਮੁਤਾਬਕ ਧਿਆਨ ਲਾਉਣਾ ਵੀ ਜਿਹੜਾ ਮਹਾਰਾਜ ਕਹਿੰਦੇ ਭਾਵੇਂ ਕੋਈ ਸਿੱਖ ਲਵੇ। ਖਟ ਸ਼ਾਸਤਰ ਸਿਮਰਤ ਵਖਿਆਨ। ਫਿਰ ਸਾਧ ਸੰਗਤ ਜੀ, ਖਟ ਸ਼ਾਸਤਰ ਸਿਮਰਤ ਵਖਿਆਨ, ਕੇਵਲ ਉਹਨਾਂ ਨੂੰ ਜਾਣਦਾ ਹੀ ਨਾ ਹੋਵੇ। 6 ਸ਼ਾਸਤਰ ਜਿਵੇਂ ਸਾਧ ਸੰਗਤ ਜੀ ਇਸ ਪ੍ਰਕਾਰ ਪੂਰਨ ਮੀਮਾਂਸਾ ਸ਼ਾਸਤਰ ਹੈ, ਵਿਸ਼ੇਖਕ ਸ਼ਾਸਤਰ ਹੈ, ਇਸ ਪ੍ਰਕਾਰ ਜਿਹੜੇ ਪਤੰਜਲ ਸ਼ਾਸਤਰ ਹੈ, ਯੋਗ ਸ਼ਾਸਤਰ ਹੈ, ਇਸ ਪ੍ਰਕਾਰ ਇਹ ਜਿਹੜੇ ਸ਼ਾਸਤਰ ਮੰਨੇ ਆ, ਇਹਨਾਂ ਸ਼ਾਸਤਰਾਂ ਵਿੱਚ ਕੀ ਸੂਤਰ ਦਿੱਤੇ ਹੋਏ ਆ, ਉਹਨਾਂ ਦਾ ਮੁੱਖ ਤੋਂ ਹੀ ਵਖਿਆਨ ਕਰਨ ਲੱਗ ਜਾਵੇ। ਇਸ ਪ੍ਰਕਾਰ ਉਹਨਾਂ ਦੇ ਵਿੱਚ ਜੋ ਕੁਝ ਜੋ ਜੀਵ ਦਾ ਕਥਨ ਕਰਦਾ ਹੈ, ਕੋਈ ਈਸ਼ ਦਾ ਕਥਨ ਕਰਦਾ ਹੈ, ਕੋਈ ਨਿਰੀ ਉਪਾਸ਼ਨਾ ਹੀ ਕਥਨ ਕਰਦਾ ਹੈ, ਕੋਈ ਸਾਧ ਸੰਗਤ ਜੀ ਕਰਮ ਕਾਂਡਾਂ ਦਾ ਕਥਨ ਕਰਦਾ ਹੈ। ਇਉਂ ਸ਼ਾਂਖ ਤੇ ਜਿਹੜੇ ਇਤਿਆਦਿਕ ਨਿਆਇਕ ਸ਼ਾਸਤਰ ਵਾਲੇ ਹੈ, ਉਹ ਸਾਧ ਸੰਗਤ ਜੀ ਉਹਨਾਂ ਦੇ ਸਿਧਾਂਤਾਂ ਨੂੰ ਕਥਨ ਕਰ ਕੋਈ ਗਿਆਨ ਦਾ ਹੀ ਜਿਹੜਾ ਉਹੋ ਹੀ ਕਥਨ ਕਰੀ ਜਾਂਦਾ ਹੈ। ਤੇ ਇਸ ਪ੍ਰਕਾਰ ਜਿਹੜਾ ਜਿੰਨਾ ਜਿਹਦੇ ਅੰਦਰ ਜੋ ਕੁਝ ਸਵਰੂਪ ਕਥਨ ਕੀਤਾ ਉਹਨੂੰ ਕਥਨ ਕਰਨਾ ਸਿੱਖ ਲਵੇ। ਤੇ ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਵੇਂ ਵਿਸ਼ਿਸ਼ਟ ਸਿਮਰਤੀ ਹੈ, ਮਨੂ ਸਿਮਰਤੀ ਹੈ, ਯਾਗਵਲਕ ਸਿਮਰਤੀ ਹੈ, ਉਹਨਾਂ ਦੇ ਅੰਦਰ ਜੋ ਕੁਝ ਇਸ ਪ੍ਰਕਾਰ ਮਨੂ ਸਿਮਰਤੀ ਦੇ ਅੰਦਰ ਤਾਂ ਵੇਖੋ ਇਹੋ ਜਿਹੇ ਦੱਸੇ ਹੋਏ ਹੈ ਕਿ ਜਿਹੜਾ ਸ਼ੂਦਰ ਵੈ ਉਹ ਵਿਦਿਆ ਪੜ੍ਹ ਨਹੀਂ ਸਕਦਾ, ਸੁਣ ਨਹੀਂ ਸਕਦਾ। ਕਿਸ ਕਿਸ ਤਰ੍ਹਾਂ ਦੇ ਨਿਯਮ ਦੱਸੇ ਹੈ। ਜੇਕਰ ਕਹਿੰਦੇ ਸ਼ੂਦਰ ਵਿਦਿਆ ਸੁਣ ਲਵੇ ਤੇ ਸਿੱਕਾ ਘਾਲ ਕੇ ਉਹਦੇ ਕੰਨ ਬੰਦ ਕਰ ਦੇਣੇ ਚਾਹੀਦੇ ਹੈ। ਜੇ ਸ਼ੂਦਰ ਵਿਦਿਆ ਪੜ੍ਹ ਲੇ ਤੇ ਉਹਦੀ ਰਸਨਾ ਕੱਟ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਦੇ ਜਿਹੜੇ ਨਿਯਮ ਹੈ ਲਿਖੇ ਹੋਏ ਹੈ। ਤੇ ਅੱਜ ਕੱਲ ਦੇ ਸਮੇਂ ਵਿੱਚ ਵੀ ਸਾਧ ਸੰਗਤ ਜੀ ਕਈ ਲੋਕ ਮਨੂ ਸਿਮਰਤੀ ਮੁਤਾਬਕ ਦੇਸ਼ ਨੂੰ ਜਿਹੜਾ ਹੈ ਉਹ ਚਲਾਉਣਾ ਚਾਹੁੰਦੇ ਐ, ਇਸ ਤਰ੍ਹਾਂ ਦੇ ਸੋਚ ਰੱਖਦੇ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ, ਖਟ ਸ਼ਾਸਤਰ ਖਟ ਸ਼ਾਸਤਰ ਸਿਮਰਤ ਵਖਿਆਨ। 6 ਸ਼ਾਸਤਰਾਂ ਨੂੰ ਤੇ 27 ਸਿਮਰਤੀਆਂ ਨੂੰ ਆਪਣੇ ਮੁਖ ਤੋਂ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਵਖਿਆਨ ਕਰਨ ਲੱਗ ਪਵੇ, ਬਹੁਤ ਸਾਰਾ ਬਹੁਤ ਉਹਨਾਂ ਦੇ ਸਿਧਾਂਤ ਦੱਸਣ ਲੱਗ ਜਾਵੇ। ਯੋਗ ਅਭਿਆਸ ਕਰਮ ਧਰਮ ਕਿਰਿਆ। ਫਿਰ ਯੋਗਾ ਅਭਿਆਸ ਜਾਣਦਾ ਹੋਵੇ। ਸਾਧ ਸੰਗਤ ਜੀ ਯੋਗ ਦੇ 8 ਅੰਗ ਮੰਨੇ ਜਾਂਦੇ ਆ, ਯਮ, ਨੇਮ, ਇਸ ਪ੍ਰਕਾਰ ਪ੍ਰਤਿਹਾਰ, ਧਿਆਨ, ਸਮਾਧੀ, ਇਸ ਪ੍ਰਕਾਰ ਇਹ ਯੋਗ ਦੇ ਅੰਗ ਮੰਨੇ ਜਾਂਦੇ ਆ। ਸਾਰੇ ਯੋਗ ਦੇ ਅੰਗਾਂ ਨੂੰ ਧਾਰਨ ਕਰ ਲਵੇ, ਆਸਣ ਲਾਉਣੇ ਜਿਹੜੇ ਆ ਸਿੱਖ ਲਵੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਯੋਗ ਦਾ ਅਭਿਆਸ ਕਰਕੇ ਤੇ ਫਿਰ ਪੜੋ। ਫਿਰ ਯੋਗ ਅਭਿਆਸ ਕਰਮ ਧਰਮ ਕਿਰਿਆ। ਕਰਮ ਧਰਮ ਕਿਰਿਆ ਪੈਰ ਚਰਾਰਾ ਹੋਣ ਕਰਕੇ ਮਹਾਰਾਜ ਕਹਿੰਦੇ ਭਾਈ ਨਿਤ ਨਿਮਿਤ ਪ੍ਰਾਸ਼ਚਿਤ ਸਾਰੇ ਕਰਮ ਵੀ ਜਿਹੜੇ ਆ ਉਹ ਕਰ ਲਵੇ ਤੇ ਧਰਮ ਵੀ ਜਿਹੜਾ ਹੈ ਉਹ ਸਾਧ ਸੰਗਤ ਜੀ ਦੱਸਿਆ ਹੋਇਆ ਵੇਦਾਂ ਸ਼ਾਸਤਰਾਂ ਦੇ ਮੁਤਾਬਕ ਜਿਹੜਾ ਉਹ ਧਾਰਨ ਕਰ ਲਵੇ। ਅਨੇਕਾਂ ਪ੍ਰਕਾਰ ਦੀ ਧਰਮ ਦੀ ਕਿਰਿਆ ਜਿਹੜੀ ਹੈ ਉਹਦੇ ਮੁਤਾਬਕ ਆਪਣਾ ਜੀਵਨ ਜਿਹੜਾ ਉਹ ਜੀ ਲਵੇ। ਸਗਲ ਤਿਆਗ ਬਨ ਮਧੇ ਫਿਰਿਆ। ਐਡਾ ਵੱਡਾ ਵਿਦਵਾਨ ਹੋ ਕਰਕੇ ਇੰਨੀ ਵਿਦਿਆ ਪੜ੍ਹ ਕੇ ਸਾਰਾ ਯੋਗ ਕਮਾ ਕਰਕੇ ਫਿਰ ਸਗਲ ਤਿਆਗ ਸਾਰਿਆਂ ਨੂੰ ਤਿਆਗ ਕਰਕੇ ਬਨ ਮਧੇ ਫਿਰਿਆ। ਜੰਗਲ ਦੇ ਅੰਦਰ ਸਾਧ ਸੰਗਤ ਜੀ ਫਿਰਦਾ ਹੋਵੇ।
ਜੰਗਲ ਦੇ ਅੰਦਰ ਜਿਹੜਾ ਹੈ ਉਦਾਸ ਬਿਰਤੀ ਧਾਰਨ ਕਰਕੇ ਵਿਚਰਦਾ ਹੋਵੇ। ਅਨੇਕ ਪ੍ਰਕਾਰ ਕੀਏ ਬਹੁ ਯਤਨਾ, ਤੇ ਅਨੇਕਾਂ ਪ੍ਰਕਾਰ ਦੇ ਬਹੁਤ ਸਾਰੇ ਯਤਨ ਜਿਹੜੇ ਆ ਉਹ ਕਰਦਾ ਹੋਵੇ। ਤਪ ਸਾਧਨਾ ਦੇ, ਜਪ ਕਰਨ ਦੇ ਬਹੁਤ ਜ਼ਿਆਦੇ ਮਹਾਰਾਜ ਕਹਿੰਦੇ ਅਨੇਕਾਂ ਪ੍ਰਕਾਰ ਦੇ ਭਾਈ ਯਤਨ ਸਾਧਨ ਜਿਹੜੇ ਉਹ ਕਰਦਾ ਹੋਵੇ। ਪੁੰਨ ਦਾਨ ਹੋਵੇ ਬਹੁ ਰਤਨਾ, ਕਿਹੋ ਕਿਹੋ ਜੇ ਯਤਨ ਕਰਦਾ ਹੋਵੇ, ਬਹੁਤ ਜ਼ਿਆਦਾ ਪੁੰਨ ਕਰਮ ਕਰੇ ਤੇ ਫਿਰ ਇਹੋ ਜਿਹਾ ਪੁੰਨ ਕਰੇ ਕਿ ਦਾਨ ਕਰੇ ਬਹੁਤ ਜ਼ਿਆਦਾ। ਸਾਧ ਸੰਗਤ ਜੀ ਕਈ ਪੁੰਨ ਕਰਮ ਜਿਹੜੇ ਐ ਉਹਨਾਂ ਨੂੰ ਬਹੁਤ ਜ਼ਿਆਦਾ ਇਕੱਠਿਆਂ ਕਰਦੇ ਆ ਕਿ ਅਗਲੇ ਜਨਮ ਵਿੱਚ ਸਾਡੇ ਕੰਮ ਆਊਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹੋ ਜਿਹੇ ਪੁੰਨਾਂ ਨੂੰ ਵੀ ਬਹੁਤ ਜ਼ਿਆਦਾ ਇਕੱਠਾ ਕਰ ਲਵੇ। ਪੁੰਨ ਦਾਨ, ਪੁੰਨ ਦਾਨ ਹੋਵੇ ਬਹੁ ਰਤਨਾ, ਤੇ ਹੋਮੈ ਹਵਨ ਕਰੇ ਬਹੁਤ ਸਾਰਾ ਰਤਨਾ ਘਿਓ ਪਾ ਕਰਕੇ। ਇਤਿਆਦਿਕ ਜਿਹੜੇ ਰਤਨ ਹੀਰੇ ਜਵਾਹਰਾਤ ਹੈ ਉਹਨਾਂ ਨੂੰ ਦਾਨ ਕਰੇ। ਇਥੋਂ ਤੱਕ ਕਈ ਮੋਤੀ ਆਦਿਕ ਵੀ ਹਵਨਾਂ ਵਿੱਚ ਸਾਧ ਸੰਗਤ ਜੀ ਪਾਉਂਦੇ ਆ ਜਦੋਂ ਹਵਨ ਕਰਦੇ ਆ। ਮਹਾਰਾਜ ਕਹਿੰਦੇ ਭਾਈ ਬੜਾ ਜ਼ਿਆਦਾ ਪੁੰਨ ਕਰਮ ਕਰੇ, ਬੜੇ ਲੰਗਰ ਲਵਾਵੇ ਤੇ ਬਹੁਤ ਜ਼ਿਆਦਾ ਜਿਹੜਾ ਉਹ ਸੋਨਾ ਚਾਂਦੀ ਆਦਿਕ ਦਾਨ ਕਰਨਾ ਕਰੇ। ਤੇ ਉਹ ਸਤਿਗੁਰੂ ਜੀ ਕਹਿੰਦੇ ਭਾਈ ਹਵਨ ਕਰਨਾ ਕਰੇ ਤੇ ਬੜਾ ਜ਼ਿਆਦਾ ਰਤਨਾ ਘਿਓ ਪਾ ਕਰਕੇ, ਰਤਨ ਹੀਰੇ ਜਵਾਹਰਾਤ ਪਾ ਕਰਕੇ ਜਾਂ ਦਾਨ ਨਾਲ ਕਰਨਾ ਕਰੇ ਹੀਰੇ ਜਵਾਹਰਾਤਾਂ ਦਾ। ਸ਼ਰੀਰ ਕਟਾਏ ਹਉਮੈ ਕਰ ਰਾਤੀ, ਫਿਰ ਆਪਣਾ ਸਰੀਰ ਜਿਹੜਾ ਨਾ ਉਹ ਵੀ ਕਟਾ ਲਵੇ ਰਾਤੀ, ਰੱਤੀ ਕਰਕੇ ਉਹਨੂੰ ਹਉਮੈ ਹਵਨ ਕਰ ਦੇਵੇ। ਜਿਵੇਂ ਸਾਧ ਸੰਗਤ ਜੀ ਮੇਘਨਾਦ ਕਰਨ ਲੱਗਾ ਸੀ ਕੁੰਭਲਾ ਦੇਵੀ ਦਾ ਵਰ ਪ੍ਰਾਪਤ ਕਰਨ ਵਾਸਤੇ ਤੇ ਉਹ ਭਵਿੱਖਣ ਭੇਦ ਨਾ ਦਿੰਦਾ ਤਾਂ ਫਿਰ ਨਹੀਂ ਸੀ ਮਰਨਾ। ਉਹਨੇ ਕਿਹਾ ਲਛਮਣ ਨੂੰ ਕਿ ਲਛਮਣਾ ਇਹ ਮੇਘਨਾਦ ਨੂੰ ਮਾਰਨ ਦਾ ਹੋਣੀ ਮੌਕਾ ਹੈ, ਉਹਨੂੰ ਫੇਰ ਨਹੀਂ ਮਰਨਾ ਤੇਥੋਂ। ਤੇ ਉਹ ਜਦੋਂ ਆਪਣੇ ਰੱਤੀ ਮਾਸ ਕੱਟ ਕੇ ਹਵਨ ਕਰ ਰਿਹਾ ਸੀ ਨਾ, ਉਸ ਸਮੇਂ ਲਛਮਣ ਨੇ ਤੀਰ ਮਾਰ ਕੇ ਫਿਰ ਮੇਘਨਾਦ ਨੂੰ ਮਾਰਿਆ ਸੀਗਾ। ਇਹ ਸਾਧ ਸੰਗਤ ਜੀ ਇਹ ਵੀ ਇੱਕ ਪ੍ਰਕਾਰ ਦਾ ਹਵਨ ਕਰਦੇ ਆ ਦੇਵਤਿਆਂ ਦੀ ਖੁਸ਼ੀ ਲੈਣ ਵਾਸਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਸਰੀਰ ਕਟਾਏ ਹਉਮੈ ਕਰ ਰਾਤੀ, ਸਰੀਰ ਨੂੰ ਕਟਾਵੇ ਤੇ ਹਉਮੈ ਹਵਨ ਕਰੇ ਰਾਤੀ, ਰੱਤੀ ਕਟਾ ਕਰਕੇ ਸਰੀਰ ਦਾ ਹਵਨ ਕਰਨ ਵਾਲਾ ਹੋਵੇ। ਵਰਤ ਨੇਮ ਕਰੈ ਬਹੁ ਭਾਂਤੀ, ਤੇ ਫਿਰ ਇਕਾਦਸ਼ੀਆਂ ਦੇ ਵਰਤ ਰੱਖਦਾ ਹੋਵੇ ਤੇ ਨੇਮ ਕਈ ਕਰ ਲੈਂਦੇ ਆ, ਮੈਂ ਜੁੱਤੀ ਨਹੀਂ ਪਾਉਣੀ, ਮੈਂ ਝੱਗਾ ਨਹੀਂ ਪਾਉਣਾ, ਮੈਂ ਰੋਟੀ ਨਹੀਂ ਖਾਣੀ। ਇਸ ਤਰ੍ਹਾਂ ਦੇ ਨੇਮ ਵੀ ਬਹੁਤ ਜ਼ਿਆਦੇ ਕਰ ਲੈ। ਵਰਤ ਨੇਮ ਕਰੈ ਬਹੁ ਭਾਂਤੀ, ਤੇ ਇੱਕ ਤਰੀਕੇ ਦਾ ਨਹੀਂ ਬਹੁ ਭਾਂਤੀ ਬੜੇ ਤਰੀਕਿਆਂ ਦੇ ਵਰਤ ਰੱਖ ਲਵੇ। ਕੋਈ ਸਾਧ ਸੰਗਤ ਜੀ ਨਰਸਿੰਘ 14 ਦਾ ਵਰਤ ਰੱਖਦਾ ਹੈ, ਕੋਈ ਮੱਸਿਆ ਦਾ ਵਰਤ ਰੱਖਦਾ ਹੈ, ਕੋਈ ਪੂਰਨਮਾਸ਼ੀ ਤੇ ਵਰਤ ਰੱਖਦਾ ਹੈ, ਕੋਈ ਕਿਸੇ ਪ੍ਰਕਾਰ ਦਾ ਵਰਤ ਰੱਖਦਾ। ਕਿਸੇ ਨੇ ਕੁਝ ਨਿਯਮ ਕੀਤਾ ਹੁੰਦਾ ਹੈ ਕਿ ਮੈਂ ਤੁਰ ਕੇ ਤੀਰਥਾਂ ਤੇ ਜਾਣਾ ਹੈ, ਕਿਸੇ ਨੇ ਕੁਝ ਨਿਯਮ ਕੀਤਾ ਹੈ ਕਿ ਮੈਂ ਇਸ ਤਰ੍ਹਾਂ ਜਿਹੜਾ ਹੈ ਆਹ ਕਰਮ ਰੋਜ਼ ਹੀ ਕਰਨਾ ਹੈ। ਇਉਂ ਮਹਾਰਾਜ ਕਹਿੰਦੇ ਭਾਈ ਬਹੁਤ ਜ਼ਿਆਦੇ ਨੇਮ ਨਿਯਮ ਕਰ ਲਵੇ, ਨਿਤ ਦੇ ਕਰਮ ਕਰ ਲਵੇ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਭਾਈ ਨਿਤਾ ਪ੍ਰਤੀ ਅਨੇਕਾਂ ਪ੍ਰਕਾਰ ਹੀ ਕਰਨਾ ਕਰੇ ਪੁੰਨ ਅਤੇ ਕਰਮ ਆਦਿਕ। ਨਹੀਂ ਤੁਲ ਰਾਮ ਨਾਮ ਵਿਚਾਰ, ਸੱਚੇ ਪਾਤਸ਼ਾਹ ਨੇ ਉਪਰੋਕਤਕ ਜਿਹੜੇ ਸਾਰੇ ਦੱਸੇ ਆ ਨਾ, ਨਹੀਂ ਤੁਲ ਰਾਮ ਨਾਮ ਵਿਚਾਰ। ਸੱਚੇ ਪਾਤਸ਼ਾਹ ਕਹਿੰਦੇ ਵਿਚਾਰ ਦੀ ਤੱਕੜੀ 'ਚ ਤੋਲ ਕਰਕੇ ਵੇਖ ਲਓ, ਵਾਹਿਗੁਰੂ ਦੇ ਨਾਮ ਦੇ ਤੁਲ ਬਰਾਬਰ ਨਹੀਂ ਲੱਗ ਸਕਦੇ। ਨਾ ਸ਼ਾਸਤਰਾਂ ਦੀ ਪੜ੍ਹੀ ਵਿਦਿਆ, ਨਾ ਪੁਰਾਣਾਂ ਦੀ ਪੜ੍ਹੀ ਵਿਦਿਆ। ਸਾਧ ਸੰਗਤ ਜੀ ਨਾਮ ਦੇ ਤੁਲ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਹੀਂ ਬਰਾਬਰ ਨਹੀਂ ਆ ਸਕਦੇ ਹਨ। ਇਹ ਵਿਚਾਰ ਕੇ ਵੇਖਣਾ ਕਰੋ, ਨਾਮ ਸਭ ਤੋਂ ਵੱਡਾ ਏ। ਨਾਨਕ ਗੁਰਮੁਖ ਨਾਮ ਜਪਿਆ ਇੱਕ ਬਾਰ। ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਗੁਰਮੁਖ ਬਣ ਕੇ ਗੁਰੂ ਜੀ ਦੁਆਰਾ ਇੱਕ ਵਾਰੀ ਨਾਮ ਜਪ ਕੇ ਤਾਂ ਵੇਖ ਨਾਮ ਦੀ ਕਿੱਡੀ ਵੱਡੀ ਮਹਿਮਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨਾਮ ਦੇ ਨਾਲ ਜਿਹੜਾ ਤੈਨੂੰ ਸੁੱਖ ਅਨੁਭਵ ਹੋਵੇਗਾ ਨਾ, ਉਹ ਹੋਰ ਕਿਸੇ ਸਾਧਨ ਨਾਲ ਤੈਨੂੰ ਸੁੱਖ ਨਹੀਂ ਪ੍ਰਾਪਤ ਹੋਣਾ। ਇਸ ਕਰਕੇ ਗੁਰਮੁਖ ਬਣ ਕਰਕੇ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦਾ ਉਹ ਕਵਿਤ ਹੈ, ਫੁਨ ਨਾ ਕਹਿੰਦੇ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਬਾਰ ਸ੍ਰੀ ਵਾਹਿਗੁਰੂ ਕਹਿਓ। ਉੱਤੇ ਦੱਸੇ ਹੋਏ ਸਾਧਨ ਨੇ ਸਾਰੇ ਭਾਈ ਗੁਰਦਾਸ ਸਾਹਿਬ ਜੀ ਦੇ ਕਹੇ ਹੋਏ ਕਿ ਜੈਸੇ 68 ਤੀਰਥ ਪਰਸ ਕਰਿਓ, ਜੁਗ 4 ਚੜਿਓ ਕੈਲਾਸ਼ ਰਹਿਓ। ਜੈਸੇ ਲਾਖ ਬਾਰ ਕੁਰਸ਼ੇਤਰ ਮੈਂ ਅਸਮੇਧ ਜਗ ਅਭੰਗ ਠਇਓ। ਇਹੋ ਜੇ ਕਰਨੇ ਕਰਮ ਸੌਖੇ ਥੋੜੇ ਐ।
ਲੱਖਾਂ ਵਾਰ ਜਗ ਕਰਨਾ। ਇੱਕ ਜਗ ਕਰਨਾ ਸੌਖਾ ਨਹੀਂ ਹੁੰਦਾ। ਭਾਈ ਸਾਹਿਬ ਨੇ ਕਿਹਾ ਜੈਸੇ ਲੱਖ ਬਾਰ ਕੁਰਸ਼ੇਤਰ ਮੈਂ ਅਸਮੇਧ ਜਗ ਅਭੰਗ ਠਇਓ। ਫਿਰ ਕਹਿੰਦੇ ਕੋਟ ਬਰਖ ਤਪ ਉਰਦ ਮੁਖੀ। ਉਰਦ ਹੁੰਦਾ ਪੁੱਠਾ ਮੁਖ ਲਟਕਣਾ। ਤੇ ਕਰੋੜਾਂ ਸਾਲ ਬੈਸੰਤਰ ਮੈਂ ਤਨ ਦਾਹੇ ਦਿਓ। ਅੱਗ ਦੇ ਵਿੱਚ ਆਪਣੇ ਸਰੀਰ ਨੂੰ ਸਾੜ ਦੇਵੇ। ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਬਾਰ ਸ਼੍ਰੀ ਵਾਹਿਗੁਰੂ ਕਹਿਓ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਪੰਜਵਾਂ ਸਰੂਪ ਧੰਨ ਗੁਰੂ ਅਰਜਨ ਸਾਹਿਬ ਜੀ ਕਿ ਗੁਰਮੁਖ ਬਣ ਕਰਕੇ ਇੱਕ ਵਾਰ ਵਾਹਿਗੁਰੂ ਆਖ। ਪਰਮੇਸ਼ਰ ਦਾ ਨਾਮ ਜਪ। ਗੁਰੂ ਜੀ ਦੀ ਸਿੱਖਿਆ ਨੂੰ ਧਾਰਨ ਕਰਕੇ ਪ੍ਰੇਮ ਦੇ ਨਾਲ ਆਪਣੇ ਮੁਖ ਤੋਂ ਵਾਹਿਗੁਰੂ ਆਖ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਕੋਲ ਸਾਧ ਸੰਗਤ ਜੀ ਇੱਥੇ ਆਪਾਂ ਇਹ ਪੌੜੀ ਸਮਾਪਤ ਹੋਈ ਹੈ, ਸਮਾਪਤ ਕਰਾਂਗੇ। ਮਹਾਰਾਜ ਦੇ ਕੋਲ ਇੱਕ ਜੋਗੀ ਆ ਗਿਆ। ਉਹ ਕਹਿਣ ਲੱਗਾ ਮਹਾਰਾਜ ਤੁਸੀਂ ਆਪਣੇ ਸਿੰਘਾਂ ਨੂੰ ਕੋਈ ਵੇਦ ਸ਼ਾਸਤਰ ਪੜ੍ਹਾਇਆ ਕਰੋ, ਕੋਈ ਯੋਗ ਸਿਖਾਇਆ ਕਰੋ, ਇਹਨਾਂ ਦੀ ਮੁਕਤ ਕਿਵੇਂ ਹੋਵੇਗੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਯੋਗੀ ਰਾਜ ਗੁਰੂ ਨਾਨਕ ਸਾਹਿਬ ਦੇ ਗੁਰ ਮੰਤਰ ਦੇ ਬਰਾਬਰ ਕੋਈ ਚੀਜ਼ ਨਹੀਂ ਪੁੱਜ ਸਕਦੀ। ਕਹਿਣ ਲੱਗਾ ਮਹਾਰਾਜ ਇਹ ਕਿਵੇਂ ਹੋ ਸਕਦਾ, ਸਾਰੀ ਜ਼ਿੰਦਗੀਆਂ ਲੱਗ ਜਾਂਦੀਆਂ ਇੰਨੀ ਵਿਦਿਆ ਨੂੰ ਪੜ੍ਹਦੇ ਆ ਤੇ ਇੰਨੇ ਜ਼ਿਆਦੇ ਮਹਾਰਾਜ ਸਾਰੇ ਕਰਮ ਇਹ ਸੌਖੇ ਨਹੀਂ ਹਨ। ਸਤਿਗੁਰੂ ਜੀ ਦੇ ਕੋਲ ਭਾਈ ਧੰਨਾ ਸਿੰਘ ਜੀ ਖਲੋਤੇ ਸੀ। ਮਹਾਰਾਜ ਨੇ ਕਿਹਾ ਭਾਈ ਧੰਨਾ ਸਿੰਘ ਆਖ ਵਾਹਿਗੁਰੂ। ਭਾਈ ਧੰਨਾ ਸਿੰਘ ਜੀ ਨੇ ਆਖਿਆ ਨਾ ਜਦੋਂ ਵਾਹਿਗੁਰੂ, ਸਾਧ ਸੰਗਤ ਜੀ ਰੋਮ ਰੋਮ ਚੋਂ ਜਾਪ ਹੋਣ ਲੱਗਿਆ ਜਦੋਂ ਸਤਿਗੁਰੂ ਜੀ ਨੇ ਕਿਰਪਾ ਕੀਤੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇੱਕੇ ਵਾਰ ਵਾਹਿਗੁਰੂ ਕਹਾਇਆ। ਇਹ ਭਾਈ ਗੁਰਦਾਸ ਸਾਹਿਬ ਜੀ ਦਾ ਕੀਤਾ ਹੋਇਆ ਕਥਨ, ਇਹ ਗੁਰੂ ਘਰ ਦਾ ਸਾਧ ਸੰਗਤ ਜੀ ਜਿਹੜਾ ਪ੍ਰਸਾਦ ਹੈ ਨਾ, ਇਹ ਜਿੱਥੇ ਗੁਰਸਿੱਖਾਂ ਨੇ ਆਪਣੀ ਬਾਣੀ ਦੁਆਰਾ ਕਥਨ ਕੀਤਾ ਹੈ, ਸਤਿਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼ ਨੂੰ, ਦਿੱਤੇ ਹੋਏ ਪ੍ਰਸਾਦ ਨੂੰ ਸਾਧ ਸੰਗਤ ਜੀ ਗੁਰਸਿੱਖਾਂ ਦੇ ਅੰਦਰ ਦ੍ਰਿੜ ਕੀਤਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਕਹੇ ਹੋਏ ਵਾਕ ਨੇ ਕਿ ਇੱਕ ਵਾਰ ਵਾਹਿਗੁਰੂ ਕਹਿਣ ਦੇ ਬਰਾਬਰ ਲੱਖਾਂ ਬਰਖਾਂ ਦਾ ਤਪ ਨਹੀਂ ਪਹੁੰਚ ਸਕਦਾ। ਸਾਧ ਸੰਗਤ ਜੀ ਅਸਮੇਧ ਜਗ ਕਰਨ ਦਾ ਵੀ ਫਲ ਨਹੀਂ ਪਹੁੰਚ ਸਕਦਾ। 68 ਤੀਰਥਾਂ ਤੇ ਨਹਾਉਣ ਦਾ ਫਲ ਵੀ ਵਾਹਿਗੁਰੂ ਮੰਤਰ ਦੇ ਬਰਾਬਰ ਨਹੀਂ ਪਹੁੰਚ ਸਕਦਾ। ਜਦੋਂ ਭਾਈ ਧੰਨਾ ਸਿੰਘ ਦੇ ਸਰੀਰ 'ਚ ਚਰਨਾਟਾਂ ਛਿੜ ਗਈਆਂ ਨਾ ਗੁਰ ਮੰਤਰ ਦੀਆਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਆਖਿਆ ਯੋਗੀ ਤੂੰ ਜਿੰਨੇ ਸ਼ਾਸਤਰ, ਜਿੰਨੇ ਪੁਰਾਣ, ਜਿੰਨੇ ਵੇਦ ਸਾਰੇ ਪੜ੍ਹੇ ਐ ਤੇ ਸਾਰੀ ਜ਼ਿੰਦਗੀ ਜਿੰਨਾ ਤੂੰ ਯੋਗ ਕਮਾਇਆ, ਜਪ ਤਪ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਐਡਾ ਫਲ ਨਹੀਂ ਜਿੰਨਾ ਇੱਕ ਵਾਰ ਸਾਡੇ ਸਿੰਘ ਨੇ ਵਾਹਿਗੁਰੂ ਆਖਿਆ। ਕਹਿੰਦਾ ਮਹਾਰਾਜ ਕਿਵੇਂ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਇਹਦੇ ਸਰੀਰ ਤੇ ਜਿੱਥੇ ਮਰਜ਼ੀ ਕੰਨ ਲਾ ਕੇ ਵੇਖ ਲੈ। ਜਦੋਂ ਭਾਈ ਧੰਨਾ ਸਿੰਘ ਦੇ ਮੋਢਿਆਂ ਤੇ ਕੰਨ ਲਾਇਆ ਤੇ ਵਾਹਿਗੁਰੂ ਮੰਤਰ ਦੀਆਂ ਨਾਮ ਦੀਆਂ ਗੂੰਜਾਂ ਪੈਣ। ਸਰੀਰ ਤੇ ਜਿੱਥੇ ਕੰਨ ਲਾਏ ਜੋਗੀ ਉੱਥੇ ਹੀ ਸਾਧ ਸੰਗਤ ਜੀ ਨਾਮ ਸੁਣਾਈ ਦੇਵੇ। ਤੇ ਜੋਗੀ ਕੋਲ ਤੇ ਅਵਸਥਾ ਹੈ ਹੀ ਨਹੀਂ ਸੀ। ਸਾਰੀ ਜ਼ਿੰਦਗੀ ਉਹਨੂੰ ਇਹ ਲੰਘ ਗਈ ਸੀ ਆਪਣੇ ਯਤਨ ਕਰਦਿਆਂ, ਕਰਮ ਕਰਦਿਆਂ ਹੋਇਆਂ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨੀ ਪੈ ਗਿਆ ਜੋਗੀ। ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰੋ। ਮਹਾਰਾਜ ਮੈਨੂੰ ਵੀ ਇਸ ਵਾਹਿਗੁਰੂ ਮੰਤਰ ਦੀ ਦਾਤ ਦਿਓ। ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ। ਅਖੀਰਲੀਆਂ ਦੋ ਪੰਕਤੀਆਂ ਪੜੋ। ਨਹੀਂ ਤੁਲ ਰਾਮ ਨਾਮ ਵਿਚਾਰ। ਨਹੀਂ ਮਹਾਰਾਜ ਕਹਿੰਦੇ ਨਾਮ ਦੇ ਤੁਲ ਕੋਈ ਵੀ। ਵਿਚਾਰ ਕੇ ਵੇਖ ਲਓ। ਇਹ ਸਾਰੀਆਂ ਪੰਕਤੀਆਂ ਵਿੱਚ ਮਹਾਰਾਜ ਜੋ ਜੋ ਸਾਧਨ ਦੱਸੇ ਹੈ, ਨਾ ਸ਼ਾਸਤਰਾਂ ਦੀ ਵਿਦਿਆ, ਨਾ ਪੁਰਾਣਾਂ ਦੀ ਵਿਦਿਆ, ਨਾ ਸਿਮਰਤੀਆਂ ਦੀ ਵਿਦਿਆ, ਨਾ ਕੋਈ ਜਪ, ਨਾ ਕੋਈ ਤਪ, ਨਾ ਕੋਈ ਗਿਆਨ, ਨਾ ਕੋਈ ਧਿਆਨ। ਸੱਚੇ ਪਾਤਸ਼ਾਹ ਕਹਿੰਦੇ ਨਾ ਕੋਈ ਹਵਨ ਕੀਤਾ ਹੋਇਆ, ਨਾ ਕੋਈ ਕਿਰਿਆ ਕਰਮ। ਸਤਿਗੁਰੂ ਜੀ ਕਹਿੰਦੇ ਆਪਣਾ ਸਰੀਰ ਵੀ ਕਿਉਂ ਨਾ ਕੱਟ ਕੇ ਹਵਨ ਕਰ ਦੇਵੇ, ਸੌਖਾ ਨਹੀਂ ਹੈ। ਤਿਲ ਤਿਲ ਕਰਕੇ ਆਪਣਾ ਸਰੀਰ ਕਟਾ ਕੇ ਹਵਨ ਕਰ ਦੇਣਾ। ਉਹ ਮੇਘਨਾਦ ਵਰਗੇ ਕਰਦੇ ਫਿਰਦੇ ਸੀ, ਕਿਹੜੇ ਸ਼ਾਂਤ ਹੋ ਗਏ ਸੀ। ਸਤਿਗੁਰੂ ਜੀ ਇਸ ਕਰਕੇ ਕਹਿੰਦੇ ਨੇ ਨਹੀਂ ਨਹੀਂ ਇਹਨਾਂ ਦੇ ਤੁਲ ਪੁੱਜ ਸਕਦੇ ਸਾਰੇ ਇਹ ਸਾਧਨ ਵਾਹਿਗੁਰੂ ਦੇ ਨਾਮ ਦੇ ਬਰਾਬਰ ਨਹੀਂ ਪਹੁੰਚ ਸਕਦੇ ਹਨ। ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ। ਇਸ ਕਰਕੇ ਹਜੂਰ ਕਹਿੰਦੇ ਗੁਰਮੁਖ ਬਣ ਕਰਕੇ ਇੱਕ ਵਾਰ ਨਾਮ ਨੂੰ ਜਪ ਕੇ ਵੇਖ। ਜਪਿਆ ਹੋਇਆ ਨਾਮ ਤੈਨੂੰ ਦੱਸੇਗਾ ਕਿ ਤੂੰ ਮੈਨੂੰ ਜਪ ਰਿਹਾ ਹੈ। ਨਾਮ ਤੈਨੂੰ ਆਪਣਾ ਸਪਰਸ਼ ਦੇਵੇਗਾ, ਨਾਮੀ ਵਿੱਚ ਅਭੇਦ ਕਰ ਦੇਵੇਗਾ। ਨਾਮ ਦੀ ਸ਼ਕਤੀ ਅਵਤਾਰਾਂ ਕੋਲੋਂ ਨਹੀਂ ਕਥਨ ਕੀਤੀ ਗਈ। ਇਸ ਕਰਕੇ ਨਾਮ ਸਭ ਤੋਂ ਵੱਡਾ ਹੈ।
ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋਰ ਕੋਈ ਵਿਚਾਰ ਨਾਮ ਦੇ ਤੁੱਲ ਪਹੁੰਚ ਹੀ ਨਹੀਂ ਸਕਦੀ। ਉਹਦੀਆਂ ਹੀ ਕੀਤੀਆਂ ਸਾਰੀਆਂ ਵਿਚਾਰਾਂ ਸਫਲੀਆਂ ਹੋ ਜਾਂਦੀਆਂ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਸਾਰ ਦੇ ਸਾਰੇ ਸਾਧਨ ਮਹਾਰਾਜ ਜੀ ਦਿਖਾ ਰਹੇ ਹੈ ਤੇ ਗਰੀਬ ਨਿਵਾਜ ਸਤਿਗੁਰੂ ਜੀ ਇਸ ਨਾਮ ਦੇ ਸਾਧਨ ਨੂੰ ਸਭ ਤੋਂ ਉੱਚਾ ਮਹਾਰਾਜ ਜੀ ਕਥਨ ਕਰ ਰਹੇ ਹੈ। ਚੌਂਕੜਾ ਮਾਰ ਕਰਕੇ ਜਿਹੜਾ ਸਤ ਸੰਗਤ ਵਿੱਚ ਕੀਰਤਨ ਸੁਣਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਮ ਸੁਣਨਾ ਇਹ ਸਾਧ ਸੰਗਤ ਜੀ ਸਭ ਤੋਂ ਵੱਡਾ ਸਾਧਨ ਹੈ। ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਕੋਲ ਇੱਕ ਵਿਦਾਂਤੀ ਆ ਗਿਆ। ਉਹ ਕਹਿਣ ਲੱਗਾ ਕਿ ਮਹਾਰਾਜ ਯੋਗ ਦਾ ਜਿਹੜਾ ਹੈ ਨਾ ਇੱਕ ਵਾਕ ਵਿਦਾਂਤ ਦਾ ਉਹ ਕਹਿਣ ਨਾਲ 80,000 ਸਿਮਰਤੀਆਂ ਦਾ ਫਲ ਪ੍ਰਾਪਤ ਹੁੰਦਾ ਹੈ। ਤੇ ਮਹਾਰਾਜ ਤੁਸੀਂ ਦੱਸੋ ਕਿ ਜੇ ਗੁਰਬਾਣੀ ਦੀ ਇੱਕ ਪੰਕਤੀ ਪੜ੍ਹਦੇ ਆ ਤੇ ਕਿੰਨਾ ਫਲ ਪ੍ਰਾਪਤ ਹੁੰਦਾ ਹੈ। ਮਹਾਂਪੁਰਖ ਹੱਸ ਪਏ। ਮਹਾਂਪੁਰਖ ਕਹਿੰਦੇ ਭਾਈ ਇਹ ਗੁਰੂ ਅਰਜਨ ਸਾਹਿਬ ਨੇ ਕਿਹਾ ਕਿ ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਗੁਰਬਾਣੀ ਦੱਸ ਰਹੀ ਹੈ ਫਲ ਕਿ 80,000 ਸਿਮਰਤੀਆਂ ਦੇ ਪੜਨ ਦਾ ਫਲ ਨਹੀਂ, ਇੱਥੇ ਤਾਂ ਕਈ ਕਰੋੜਾਂ ਹੀ ਜੱਗਾਂ ਦਾ ਫਲ ਪ੍ਰਾਪਤ ਹੋ ਜਾਂਦਾ ਜੇ ਪਿਆਰ ਨਾਲ ਆਖੀਏ ਵਾਹਿਗੁਰੂ। ਇਸ ਕਰਕੇ ਆਪਣਾ ਧਿਆਨ ਜੋੜੀਏ, ਮਹਾਰਾਜ ਨਾਲ ਪਿਆਰ ਲਾਈਏ। ਜੇ ਸੁਤੇ ਸਿੱਧ ਜਪੀਏ ਤੇ ਐਡਾ ਫਲ ਵੈ ਪਰਲੋਕ 'ਚ ਜਮਾਂ ਦੀ ਮਾਰ ਤੋਂ ਛਡਾਉਂਦਾ। ਜੇ ਪਿਆਰ ਨਾਲ ਜਪੀਏ ਤਾਂ ਫਿਰ ਇਹਦੀ ਮਹਿਮਾ ਨਹੀਂ ਕਹੀ ਜਾ ਸਕਦੀ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਹਿਲੀ ਪੌੜੀ ਦੇ ਅੰਦਰ ਬਖਸ਼ਿਸ਼ ਕੀਤੀ ਹੈ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਨਹੀਂ ਤੁਲ RAM ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।